ਵਾਹਿਗੁਰੂ 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 ਆਵਰੇ ਲਾ ਦੇ ਹੱਥ ਲਗਾ ਮਨ ਚਾਓ ਚਾਉ ਪਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਕਾਉ ਸਖੀ ਗ੍ਰਹਿ ਮੰਦਰ ਬਣਿਆ ਗਾਉ ਮੰਗਲ ਨਿਤ ਸਖੀਏ
ਗਾਓ ਮੰਗਲ ਨਿਤ ਸਖੀਏ ਸੋਗ ਦੁਖ ਨ ਵਿਆਪੇ। ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਨਾ ਪਏ। ਅਨਹਤ ਬਾਣੀ ਗੁਰ ਸ਼ਬਦ ਜਾਣਿਆਰ ਰਸ ਇੱਥੇ ਰੱਖ ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ। ਵਾਹਿਗੁਰੂ 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 परम सत्कारयोग गुरु प्यारी साध संगत जियो, ख्याल बाहर जाण तो रोकीए, चित विरतियां नूं एकाग्र करिए, रसना दी पवित्रता दे वास्ते सारे ही उचारण करो जी सतनाम श्री। पातशाह जी की कृपा हुई है। भाई हाकम सिंह जी इन्हां दे सपुत्र भाई गुरिंदर सिंह जी समूह परिवार वालों सतगुरु जी का ओट आसरा लिया गया। अपने घर गृह के अंदर सुखमनी साहब जी दे पाठ करवाए ते जो ये सत्संग समागम रखे गए हैं, धन धन गुरु गोबिंद सिंह पातशाह जी महाराज जी दे आगमन दिवस नूं समर्पित हैं। ते उन्हां तो जिहड़ी ये संप्रदाय चली राड़ा साहब दे पूर्वज महापुरुषां नूं समर्पित किए गए हैं। मीह पिया परमेश्वर पाया, जी जंत सब सुखी वसाया। गे कलेस हुण जिहड़े सारे कला कलेस दूर हो गए, क्योंकि एक पासे तो बारिश पै रही है। वो सारे जिहड़े हैं सुख दे विच तब्दील हो चुके ने। जिवें बाहर मीह पै रहा है, फरीदा गलीए चिक्कड़ दूर कर, नाल प्यारे नेहों चलां तां भेजै कंबली राहां
ਤਾਂ ਟੁੱਟੈ ਨੇਹੋਂ। ਪਰ ਇਸ ਗੱਲ ਦੀ ਪਰਵਾਹ ਨਾ ਕਰਦੇ ਹੋਏ ਭਿੱਜੋ ਸਿਜੋ ਕੰਬਲੀ, ਅੱਲੋ ਵਰਸ ਮੇਹੋ ਜਾਏ ਮਿਲਾਂ, ਤਿਨ ਸੱਜਣਾ ਟੁੱਟੈ ਨਾਹੀ ਨੇਹੋਂ। ਪਿਆਰ ਦੇ ਵਿੱਚ ਤੁਸੀਂ ਚੱਲ ਕੇ ਆਏ, ਝੱਖੜ ਚਾਂਗੀ ਮੀਂਹ ਵਰਸੈ, ਭੀ ਗੁਰ ਦੇਖਣ ਜਾਈ। ਗੁਰੂ ਦਰਬਾਰ ਦੇ ਵਿੱਚ ਪਹੁੰਚੇ ਹੋ, ਭਾਗਾਂ ਵਾਲੇ ਹੋ ਜਿਹੜੇ ਇਸ ਪਰਿਵਾਰ ਦੇ ਪਿਆਰ ਵਿੱਚ ਗੁਰੂ ਦਰਬਾਰ ਦੇ ਵਿੱਚ ਆਏ ਹੋ। ਕਿੰਨੀ ਕਿੰਨੀ ਦੂਰ ਤੋਂ ਚੱਲ ਕੇ ਆਏ। ਪਿਆਰ ਹੈ, ਸ਼ਰਧਾ ਹੈ, ਭਾਵਨਾ ਹੈ। ਤੇ ਜਿਹੜਾ ਇਹ ਦਿਨ ਕੱਲ੍ਹ ਨੂੰ ਆ ਰਿਹਾ ਪੋਸ ਦੀ 7ਵੀਂ ਦਾ, ਉਹ ਦਿਨ 1666 ਈਸਵੀ ਦੇ ਵਿੱਚ ਐਸਾ ਆਇਆ ਕਿ ਜਿਸ ਦਿਨ 22 ਦਸੰਬਰ ਸੀ, ਪੋਸ ਦੀ 7ਵੀਂ ਸੀ। ਪਟਨਾ ਸਾਹਿਬ ਦੀ ਪਾਵਨ ਧਰਤੀ ਤੇ ਧੰਨ ਧੰਨ ਮਾਤਾ ਗੁਜਰੀ ਜੀ ਦੀ ਕੁੱਖ ਨੂੰ ਭਾਗ ਲੱਗੇ। ਧੰਨ ਧੰਨ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਜੀ, ਪਿਤਾ ਜੀ ਜਿਨ੍ਹਾਂ ਦੇ ਘਰ ਉਹ ਸਾਲਸਰਾਏ ਦੀ ਜਿਹੜੀ ਧਰਮਸ਼ਾਲਾ ਸੀ ਉੱਥੇ ਪ੍ਰਕਾਸ਼ ਹੋਇਆ। ਮਹਾਰਾਜ ਜੀ ਨੇ ਆਪ ਹੀ ਦੱਸਿਆ ਹੈ, ਤਹੀਂ ਪ੍ਰਕਾਸ਼ ਹਮਾਰਾ ਭਿਓ, ਪਟਨਾ ਸ਼ਹਿਰ ਵਿਖੇ ਭਵ ਲਿਓ। ਉਹ ਪਟਨਾ ਸਾਹਿਬ ਦੀ ਧਰਤੀ ਜਿੱਥੇ ਕਦੇ ਇਸ ਦਾ ਨਾਮ ਪਾਟਲੀ ਪੁੱਤਰ ਸੀ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਉਦਾਸੀ ਸਮੇਂ ਜਦੋਂ ਪ੍ਰਚਾਰ ਫੇਰੀ 'ਤੇ ਗਏ, ਉੱਥੇ ਫਿਰ ਸਾਲਸਰਾਏ ਦੀ ਉਹ ਘਰ ਨੂੰ ਭਾਗ ਲਾਏ। ਅਤੇ ਜਿੱਥੇ ਵੀ ਗੁਰੂ ਪਾਤਸ਼ਾਹ ਜੀ ਜਾਂਦੇ ਉੱਥੇ ਧਰਮਸਾਲ ਸਥਾਪਨ ਕਰਦੇ, ਤਾਂ ਜੋ ਸਦੀਵੀ ਕਾਲ ਸਮਾਂ ਸਾਰਾ ਸੰਭਾਲਣ, ਸੰਗਤਾਂ ਨਾਮ ਬਾਣੀ ਨਾਲ ਜੁੜਨ। ਘਰ ਘਰ ਅੰਦਰ ਧਰਮਸਾਲ ਹੋਵੇ, ਕੀਰਤਨ ਸਦਾ ਵਸੋਆ। ਫਿਰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਮਹਾਰਾਜ ਅਸਾਮ ਦੀ ਯਾਤਰਾ ਦੇ ਦੌਰਾਨ ਇਹਨਾਂ ਨੇ ਵੀ ਉੱਥੇ ਭਾਗ ਲਾਏ ਅਤੇ ਆਪਣਾ ਪਰਿਵਾਰ ਉੱਥੇ ਛੱਡ ਕੇ ਅੱਗੇ ਚਾਲੇ ਪਾਏ। ਅਤੇ ਉੱਥੇ ਹੀ ਇਸ ਦਿਨ ਗੁਰੂ ਪਾਤਸ਼ਾਹ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ। ਅਤੇ ਆਪਣੀ ਕਥਾ ਸੱਚੇ ਪਾਤਸ਼ਾਹ ਜੀ ਨੇ ਆਪ ਹੀ ਵਰਣਨ ਕੀਤੀ ਹੈ, ਕਿਉਂਕਿ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੇ, ਦੂਜਾ ਤਾਂ ਦੱਸ ਹੀ ਨਹੀਂ ਸੀ ਸਕਦਾ। ਇਹ ਤਾਂ ਕਿਰਪਾ ਹੋਈ। ਉਹਨਾਂ ਨੇ ਬਚਿੱਤਰ ਨਾਟਕ ਪਹਿਲਾਂ ਹੀ ਇਹ ਦੱਸ ਦਿੱਤਾ ਕਿ ਕਿਹੋ ਜਿਹਾ ਹੋਣਾ। ਨਾਟਕ ਤਾਂ ਨਾਟ ਮੰਚ ਮਾਤ ਲੋਕ ਦੇ ਇਸ ਨਾਟ ਮੰਚ ਦੇ ਉੱਤੇ ਹੁੰਦੇ ਹਨ, ਹੁੰਦੇ ਰਹਿਣਗੇ। ਪਰ ਐਸੀ ਬਚਿੱਤਰ ਕਥਾ ਹਰ ਕੇ ਸੇਵਕ ਜੋ ਹਰ ਪਾਏ, ਤਿਨ ਕੀ ਕਥਾ ਨਰਾਰੀ ਰੇ, ਆਵੇ ਨਾ ਜਾਹੇ ਨ ਕਬਹੂ ਮਰਤੇ, ਪਾਰ ਬ੍ਰਹਮ ਸੰਗਾਰੀ ਰੇ। ਪਾਤਸ਼ਾਹ ਜੀ ਆਪ ਆਪਣੀ ਕਥਾ ਆਪ ਵਰਣਨ ਕਰਦੇ ਹਨ। कथा बखानो अब मैं अपनी, कथा बखानो अब मैं अपनी। कथा बखानो अब मैं अपनी, सब खानो अब मैं अपनी।
अब मैं अपनी, अब मैं अपनी, ओ अब मैं अपनी, अब मैं अपनी, कताब खानो मैं अपनी, कताब खानो मैं अपनी, अब मैं अपनी कथा बखानो, तप साधत एह विद मोहियानो, धन धन गुरु गोबिंद सिंह पातशाह जी महाराज अपनी कथा आप ਵਿਖਿਆਨ ਕਰਦੇ ਹਨ ਕਿ ਇਸ ਜਨਮ ਦੀ ਹੀ ਨਹੀਂ, ਪੂਰਵ ਜਨਮ ਦੀ ਕਥਾ ਕਿ ਅਸੀਂ ਪਿਛਲੇ ਜਨਮ ਦੇ ਵਿੱਚ ਬਹੁਤ ਤਪੱਸਿਆ ਕੀਤੀ, ਕਿੱਥੇ ਕੀਤੀ ਸਾਰੀ ਦੱਸੀ ਹੈ। हेमकुंट पर्वत है जहाँ सप्त श्रृंग सोवत है, तहाँ हेमकुंट, हेम किया बर्फ ਨੂੰ, ਕੁੰਟ ਜਿਹੜਾ ਉਹਦੇ ਵਿੱਚ ਸਰੋਵਰ ਹੈ। ਨਿਸ਼ਾਨੀ ਦੱਸੀ ਕਿ ਕਿਹੋ ਜਿਹੀ ਉੱਥੋਂ ਦੀ ਨਿਸ਼ਾਨੀ ਹੈ कि सप्त श्रृंग सोवत है, तहाँ हेमकुंट पर्वत है जहाँ सप्त सत चोटियां दे विचकार एक कुंड है, सरोवर है, ते उस दे किनारे ते बैठ के ਕਹਿੰਦੇ ਅਸੀਂ ਤਪੱਸਿਆ ਕੀਤੀ। ਉਹਦੀ ਹੋਰ ਨਿਸ਼ਾਨੀ ਦੱਸਦੇ ਹਨ। सप्त श्रृंग तै नाम कहावा, पांड राज जह जोग कमावा। पांडवां ने भी महाभारत तो बाद अपने पोतरे ਨੂੰ ਰਾਜ ਭਾਗ ਦਿੱਤਾ ਤੇ ਆਪ ਵਿਰਾਗ ਲੱਗਿਆ। ਵਿਰਾਗ ਐਸਾ ਲੱਗਿਆ ਕਿ ਤਿਆਗ ਕੇ ਸਾਰਾ ਘਰ-ਬਾਰ ਜੋਗੀਆਂ ਵਾਂਗੂ ਉਹ ਪਹਾੜਾਂ ਵੱਲ ਨੂੰ ਚਲੇ ਗਏ। ਪੰਡ ਰਾਜ ਚਾਹੇ ਜੋਗ ਕਮਾਵਾ। ਉੱਥੇ ਫਿਰ ਪਾਂਡਵਾਂ ਨੇ ਵੀ ਤਪੱਸਿਆ ਕੀਤੀ ਤੇ ਆਪ ਜੀ ਕਹਿੰਦੇ ਅਸੀਂ ਉੱਥੇ ਇੰਨੀ ਸਾਧਨਾ ਕੀਤੀ इत हम अदक तपस्या साधी महाकाल काल का आराधी। इन्नी
ਤਪੱਸਿਆ ਸਾਧੀ, ਸਾਧਨਾ ਕੀਤੀ। ਮਹਾਕਾਲ, ਕਾਲ ਦਾ ਵੀ ਕਾਲ, ਅਕਾਲ, ਮਹਾਕਾਲ ਕਾਲ ਕਾ, ਉਸ ਅਕਾਲ ਦੀ ਆਰਾਧਨਾ ਕੀਤੀ। ਤੇ ਇੰਨੀ ਸਾਧਨਾ ਸਾਧਦੇ ਸਾਧਦੇ, ਕਿਉਂਕਿ ਭਗਤੀ ਦੋ ਤੋਂ ਸ਼ੁਰੂ ਹੋ ਕੇ ਇੱਕ ਤੇ ਸਮਾਪਤ ਹੋ ਜਾਂਦੀ। ਭਗਤ ਭਗਵਾਨ ਇੱਕ ਹੀ ਹੋ ਜਾਂਦੇ ਨੇ। ਹਰ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕ੍ਰਿਸ਼ਨ। ਜਲ ਤੇ ਉਪਜ ਤਰੰਗ ਜਿਉ, ਜਲ ਹੀ ਵਿਖੇ ਸਮਾਹੇ। ਤੇ ਦੂਸਰੇ ਪਾਸੇ ਇਸ ਮਾਤ ਲੋਕ ਦੀ ਧਰਤੀ ਮਿਰਤ ਮੰਡਲ ਜਗ ਵਿੱਚ ਸਾਡੇ ਮਾਤਾ ਤੇ ਪਿਤਾ ਜੀ ਨੇ ਵੀ ਬਹੁਤ ਸਾਧਨਾ ਕੀਤੀ, ਯੋਗ ਸਾਧੇ। ਉੱਥੇ ਬਾਬਾ ਬਕਾਲਾ ਸਾਹਿਬ ਵਿਖੇ ਕਿੰਨੇ 26 ਸਾਲ 9 ਮਹੀਨੇ 13 ਦਿਨ ਭੋਰੇ 'ਚ ਬੈਠ ਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਵੀ ਐਸੀ ਸਾਧਨਾ ਸਾਧਦੇ ਰਹੇ। ਤਾਪ ਮਾਤ ਅਲਖ ਅਰਾਦਾ, ਬਹੁ ਵਿਦ ਯੋਗ ਸਾਧਨਾ ਸਾਦਾ। ਉਹ ਤਿਨ ਜੋ ਕਰੀ ਅਲਖ ਕੀ ਸੇਵਾ, ਪਰਸਨ ਗੁਰਦੇਵਾ। ਹੁਣ ਉਹਨਾਂ ਦੀ ਤਿੰਨ ਜੋ ਕਰੀ ਅਲਖ ਕੀ ਸੇਵਾ, ਅਲਖ ਨਾ ਲਖਿਆ ਜਾਣ ਵਾਲਾ, ਅੰਪਰ ਪਰਪਾਰ ਬ੍ਰਹਮ ਪਰਮੇਸ਼ਰਮ। ਹੁਣ ਐਸੀ ਸਾਧਨਾ ਤੋਂ ਸੇਵਾ ਤੋਂ, ਕਿਉਂਕਿ ਮਾਤਾ ਜੀ ਧੰਨ ਧੰਨ ਮਾਤਾ ਗੁਜਰੀ ਜੀ, ਉਹਨਾਂ ਨੇ ਕਿੰਨੀ ਸੇਵਾ ਕੀਤੀ। ਨਾਲ ਹੀ ਕਹਿੰਦੇ ਸਾਡੇ ਪਿਤਾ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਨਾਲ ਸੇਵਾ ਸਾਧਨਾ ਕੀਤੀ, ਤਾਤ ਮਾਤ ਦੋਨਾਂ ਨੇ। ਕਿੰਨੀਆਂ ਖੁਸ਼ੀਆਂ ਮਿਲੀਆਂ। ਐਸੇ ਯੁਗ ਪੁਰਸ਼ ਜਿਨ੍ਹਾਂ ਨੂੰ ਪਰਮੇਸ਼ਰ ਨੇ ਮੈਂ ਆਪਣਾ ਸੁਤ ਤੋਹੇ ਨਵਾਜਾ, ਨਵਾਜ ਕੇ ਭੇਜਿਆ। ਉਸ ਅਕਾਲ ਪੁਰਖ ਨੇ ਆਪਣਾ ਪੁੱਤਰ ਬਣਾ ਕੇ ਇੱਧਰ ਸੁਪੁੱਤਰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਮਾਤਾ ਜੀ ਦੇ ਸਾਧਨਾ ਤੋਂ ਪ੍ਰਸੰਨ ਹੋ ਕੇ ਸਾਨੂੰ ਭੇਜਿਆ। ਤੇ ਅਸੀਂ ਆਏ ਹਾਂ ਕੀ ਦੇਖਣ ਇਸ ਮਾਤ ਲੋਕ ਦੇ ਵਿੱਚ। ਦੇਖਣ ਆਇਓ ਜੀ ਜਗਤ ਤਮਾਸ਼ਾ, ਹੋ ਦੇਖਣ ਆਇਓ ਜੀ ਜਗਤ ਤਮਾਸ਼ਾ, ਤਮਾਸ਼ਾ। ਦੇਖਣ ਆਇਓ ਜਗਤ ਤਮਾਸ਼ਾ, ਹਾਂ ਦੇਖਣ ਆਇਓ ਜੀ ਜਗਤ ਤਮਾਸ਼ਾ, ਤਮਾਸ਼ਾ।
जगत तमाशा जगत तमाशा जगत तमाशा जगत तमाशा। ओ जगत तमाशा जगत तमाशा जगत तमाशा जगत तमाशा। देखण आयो जी तमाशा, मैं देखण आयो जी तमाशा तमाशा। मैं हूँ परम पुरख को दासा, देखण आयो तमाशा। वाहिगुरु 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 इस तरह दे नाल धन धन गुरु गोबिंद सिंह पातशाह जी दा ये फरमान कि मैं हूँ परम पुरख को दासा, कि जिहड़ा दासन दास, दासां दा भी दास, क्योंकि जिन्ने पहला आए सन वो की होया कि उन्होंने आपो अपना ये चला दिता पंथ रास्ता। धर्म तो रुक गया सी, धर्म क्योंकि सारिਆਂ ਦਾ एक है, धर्म यूनीवर्सल करैक्टर का नाम है। एक बारी बड़े बड़े फिलोसफर रिसर्च सेंटर क्रिड चंडीगढ़ इकट्ठे होए, उत्थे विचार चली, बड़े बड़े फिलोसफर फिलोसफी की डिग्रियां डॉक्टरेट कीतियां होइयां, प्रोफैसर लैक्चरार जिहड़े उत्थे पहुंचे सन सारे बोलते रहे। आखिर दे विच धर्म की परिभाषा
ਜੋ ਮਹਾਂਪੁਰਸ਼ਾਂ ਨੇ ਆਪਣੇ ਅਨੁਭਵ ਤੋਂ ਪ੍ਰਗਟ ਕੀਤੀ। ਕਹਿਣ ਲੱਗੇ, ਪਿਆਰਿਓ, ਧਰਮ ਕਦੇ ਦੋ ਨਹੀਂ, ਧਰਮ ਇੱਕ ਹੈ। ਸਾਰਿਆਂ ਦਾ ਹੀ ਧਰਮ ਇੱਕ ਹੈ। ਜਿਹੜਾ ਹਰਿ ਕੋ ਨਾਮ ਜਪ ਨਿਰਮਲ ਕਰਮ। ਕਿਉਂਕਿ ਜਿਹੜੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਧਰਮ ਨੂੰ ਚਲਾਉਣ ਵਾਸਤੇ, ਕਿਉਂਕਿ ਰੁਕ ਗਿਆ ਸੀ, ਉਹਨੂੰ ਚਲਾਉਣ ਵਾਸਤੇ ਆਈ। ਕੋਈ ਇਹ ਨਹੀਂ ਕਿ ਕੋਈ, ਕਿਉਂਕਿ ਧਰਮ ਤਾਂ ਇੱਕ ਹੀ ਹੈ, ਹੋਰ ਨਵਾਂ ਦੂਜਾ ਤਾਂ ਹੋਣਾ ਨਹੀਂ ਸੀ। ਪੰਥ ਜ਼ਰੂਰ ਹਨ, ਰਸਤੇ ਹਨ। ਅੰਦਰ ਦਾ ਰਸਤਾ ਜਿਹੜਾ ਆਤਮ ਮਾਰਗ ਹੈ ਉਹ ਸਾਰਿਆਂ ਦਾ ਇੱਕ ਹੈ। ਧਰਮ ਯੂਨੀਵਰਸਲ ਕਰੈਕਟਰ ਦਾ ਨਾਮ ਹੈ। ਮਜ਼ਹਬ ਕਹਿ ਸਕਦੇ ਹਾਂ, ਜਿਹੜੇ ਹੁਣ ਆਪਾਂ ਮਜ਼ਹਬ ਫਿਰਕੇ ਨੇ, ਪੰਥ ਰਸਤੇ ਹਨ, ਅਤੇ ਇਹ ਜ਼ਰੂਰ ਅਲੱਗ-ਅਲੱਗ ਬਾਹਰੋਂ ਹਨ, ਪਰ ਅੰਦਰ ਤਾਂ ਇੱਕ ਹੀ ਹੈ। ਬਾਹਰੋਂ ਨਹੀਂ ਇਹ ਗੱਲਾਂ ਲੱਭਦੀਆਂ। ਇਹ ਤਾਂ ਜਦੋਂ ਮਹਾਂਪੁਰਸ਼ਾਂ ਦੀ ਸੰਗਤ ਕਰੀਏ, ਸੰਤ ਸੰਗ ਅੰਤਰ ਪ੍ਰਭ ਡਿਠਾ, ਅੰਦਰੋਂ ਲੱਭਦਾ। ਕਿਉਂਕਿ ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਜੇ ਉਹ ਰਿਸਰਚ ਕਰੂ, ਸੈਲਫ ਰਿਸਰਚ ਕਰੂ। ਇਸ ਵਾਸਤੇ ਗੁਰੂ ਮਹਾਰਾਜ ਜੀ ਦੱਸਦੇ ਕਿ ਅਸੀਂ ਉਸ ਇਕਾਂਤ ਅਸਥਾਨ 'ਤੇ ਇਹ ਇੰਨਾ ਸਾਧਨਾ ਕੀਤੀ ਕਿ ਦਵੈਤ ਏਕ ਰੂਪ ਹੋਏ ਗਏ। ਅਦਵੈਤ ਸਾਰੇ ਜੀਵਨ ਵਿੱਚ ਆ ਗਈ। ਦਵੈਤ ਰਹੀ ਨਾ, ਦੂਜਾ ਰਿਹਾ ਹੀ ਨਾ, ਫਿਰ ਦੂਜਾ ਧਰਮ ਤਾਂ ਹੋਇਆ ਹੀ ਨਹੀਂ, ਇੱਕੋ ਹੀ ਧਰਮ ਹੈ। ਅਤੇ ਉਹ ਰੁਕ ਗਿਆ ਸੀ, ਉਹਨੂੰ ਚਲਾਉਣ ਵਾਸਤੇ ਆਏ। ਸੋ ਇਸ ਤਰ੍ਹਾਂ ਦੇ ਨਾਲ ਜਿਹੜੀ ਅਨੁਭਵ 'ਚੋਂ ਗੱਲ ਆਉਂਦੀ ਹੈ ਉਹ ਆਪਣਾ ਗਿਆਨ ਹੈ। ਆਤਮ ਮਾਰਗ ਦੇ ਵਿੱਚ ਛਪਦਾ ਰਿਹਾ। ਵੱਡੇ ਵੱਡੇ ਫਿਲਾਸਫਰਾਂ ਦੇ ਲੇਖ ਆਉਂਦੇ ਨੇ। ਸਵਾਮੀ ਰਾਮ ਜੀ ਸਵਧੀ ਜੀਵੀ, ਕਿਉਂਕਿ ਇੱਕ ਤਾਂ ਬੁੱਧੀ ਮੰਡਲ 'ਚ ਹਨ, ਉਹਨਾਂ ਨੂੰ ਬੁੱਧੀ ਮੰਡਲ ਹੈ। ਇਹਨਾਂ ਦੀ ਇੱਕ ਦੀ ਐਸੀ ਸਾਧਨਾ ਰੁਕ ਗਈ, ਉਹਨਾਂ ਨੂੰ ਕੁਬੁੱਧੀ ਕਹਿ ਦੇਣਾ ਕਿ ਉੱਥੇ ਰੁਕ ਜਾਣਾ ਬੁੱਧੀ ਮੰਡਲ ਦੇ ਦਾਇਰੇ ਵਿੱਚ। ਇਸ ਤੋਂ ਉੱਪਰ ਸੁਬੁੱਧੀ ਹੈ, ਜਿਨ੍ਹਾਂ ਨੂੰ ਭਗਤੀ ਸਹਿਤ ਗਿਆਨ ਹੈ। ਰਸੀਏ ਪੁਰਸ਼ ਹਨ, ਰਸਕ ਵੈਰਾਗੀ ਹਨ। ਉਹ ਭਗਤੀ ਸਹਿਤ ਗਿਆਨ ਦੇ ਨਾਲ ਚੱਲਦੇ ਨੇ। ਇਕੱਲਾ ਗਿਆਨ ਤਾਂ ਜਿਹੜੀ ਇਹ ਮਾਇਆ ਇਹਨੂੰ ਮੋਹ ਲੂਗੀ, ਕਿਉਂਕਿ ਗਿਆਨ ਪੁਰਸ਼ ਹੈ। ਕਿਉਂਕਿ ਇੱਕ ਲਿੰਗ ਹੈ, ਇੱਕ ਪਲਿੰਗ ਹੈ। ਇਸ ਕਰਕੇ ਇਹ ਜਿਹੜਾ ਹੁਣ ਇਸਤਰੀ ਜਿਹੜੀ ਹੁੰਦਾ, ਜਿਵੇਂ ਇਹਦੇ ਨਾਲ ਕੋਈ ਮਾਇਆ ਨੂੰ ਮਾਇਆ ਮੋਹ ਨਹੀਂ ਸਕਦੀ। ਭਗਤੀ ਵੀ ਇਸ ਤਰ੍ਹਾਂ ਦੇ ਨਾਲ ਹੁਣ ਇਸਤਰੀ ਲਿੰਗ ਹੈ, ਇਸ ਕਰਕੇ ਇਹਨੂੰ ਮਾਇਆ ਨਹੀਂ ਮੋਹ ਸਕਦੀ। ਜਿਹੜਾ ਗਿਆਨ ਹੈ ਇਕੱਲਾ, ਉਹਦੇ ਵਿੱਚ ਤਾਂ ਆ ਕੇ ਫਿਰ ਜਿਵੇਂ ਸਾਰੇ ਆਏ, ਸਾਰਿਆਂ ਨੇ ਆ ਕੇ ਕੀ ਕੀਤਾ ਕਿ ਆਪਣੇ ਆਪਣਾ ਹੀ ਨਾਮ ਚਲਾਉਣਾ ਸ਼ੁਰੂ ਕਰ ਦਿੱਤਾ। ਅਹਮ ਬ੍ਰਹਮ ਅਸਮੀ। ਇਸ ਦੇ ਵਿੱਚ ਪਰ ਮਹਾਂਪੁਰਸ਼ਾਂ ਨੇ ਸੇਵਕ ਕਾ ਹੋਏ ਸੇਵਕ ਵਰਤੇ, ਕਰ ਕਰ ਬਿਨੋ ਬੁਲਾਈ। ਇਹ ਧੁਰ ਕੀ ਬਾਣੀ ਦੀ ਧਾਰਨਾ, ਕਿਉਂਕਿ ਸਿਧਾਂਤ ਦੀ ਇਹ ਵਿਆਖਿਆ ਹੈ ਸਰਲ। ਜਿਹੜੀ ਧੁਰ ਤੱਕ ਹੀ ਜਾਂਦੀ ਹੈ, ਕੀ ਕਹਿੰਦੀ ਹੈ ਬਾਣੀ, ਇਹਦੀ ਸਰਲ ਵਿਆਖਿਆ ਧਾਰਨਾ 'ਚ ਮਹਾਂਪੁਰਸ਼ ਇਸ ਤਰ੍ਹਾਂ ਨਾਲ ਦ੍ਰਿੜ ਕਰਵਾਉਂਦੇ। ਕਿਤੇ ਰੱਬ ਬਣ ਕੇ ਨਾ ਵੈ ਜੀ, ਸੇਵਕਾਂ ਦਾ ਸੇਵਕ ਬਣ ਕੇ ਨਾ, ਕਾਂ ਦਾ ਸੇਵਕ ਬਣੀ। ਰੱਬ ਬਣ ਕੇ ਨਾ, ਕਾਂ ਦਾ ਸੇਵਕ ਬਣ ਕੇ ਨਾ ਵੈ ਜੀ, ਕਾਂ ਦਾ ਸੇਵਕ ਬਣੇ।
मेरे प्यारे कांदा सेवक रे सेवकां दा सेवक बने। अरे जी सेवकां दा सेवक मेरे प्यारे दा सेवक बने। रब बन के ना बन के नाम दे सेवकां दा सेवक बने। सेवक का होए सेवक वरती कर कर बिनो बलाई। हुण गुरु महाराज जी फरमान करदे हन, मैं हूँ परम पुरख को दासा, देखने आयो जगत तमाशा, जो मोको परमेश्वर उचरह ते सब नरक कुंड में पर। हुण किड्डी ये कथा है, अद्भुत निरारी कथा है। हुण जे देखो द्वैत एक रूप होए गयो, हर हर जन दुई एक है, द्वैत ही खत्म हो गई। हुण शरीर च आए, पंज तत्त दा शरीर है। हुण जे शरीर नूं कहो कि ये रब है, शरीर दा जन्म होया, शरीर दा जाना भी हो गया, मरण भी हो गया, तो फिर वो की है, जन्म मरण दोहू में नाही, जन परोपकारी आए। वो जिहड़ी आत्मा है अमर है, ना जमदी है ना मरदी है। इस करके टोटैलिटी, जे तो आप दरख्त नूं दूरों वेखदे हाँ तो असीं उहनूं ये कहांगे कि ये दरख्त है। जे टाणी नूं हत्थ पा लिया ब्रांच टाणी कहांगे, पत्ते नूं पा लिया लीफ पत्ता कहांगे, रूट जड़ नूं थल्ले हत्थ लाया तो जड़ कहांगे। अलग अलग नाम हन। ये जिहड़े परमेश्वर ने किन्ने साधना कर दी। एक जगह इसी तरह लॉस एंजलस दे विच महापुरुषां दा सत्संग सी। सबजैक्ट ते महापुरुष बोलते, आत्म मार्ग च छपदा है, बुक्स बन गईयां, किताबां किन्नियां बन चुकियां हन, किन्नियां छपण अधीन हन।
ਇਲੈਕਟ੍ਰੋਨਿਕ ਮੀਡੀਏ ਦੇ ਵਿੱਚ ਸਾਰੀਆਂ ਆ ਗਈਆਂ। ratawadaSahib.com ਵੈਬਸਾਈਟ ਹੈ, ਉਹਦੇ ਉੱਤੇ ਜਾਓ, ਤੁਹਾਨੂੰ ਪੜ੍ਹਨ ਨੂੰ ਮਿਲਣਗੀਆਂ। ਮਹਾਂਪੁਰਸ਼ ਜਿਵੇਂ ਅਸੀਂ ਬੋਲਦੇ ਹਾਂ, ਕਿਉਂਕਿ ਸਾਡਾ ਬੋਲਣਾ ਤਾਂ ਹੋਰ ਤਰ੍ਹਾਂ ਦਾ, ਮਹਾਂਪੁਰਖਾਂ ਕਾ ਬੋਲਣਾ ਹੋਵੇ ਕਿਤੇ ਪਰਥਾਏ। ਪਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨੇ। ਸੰਤਨ ਕੀ ਸੁਣ ਸਾਚੀ ਸਾਖੀ। ਸੋ ਬੋਲੇ ਜੋ ਪੇਖੇ ਆਖੀ, ਅਨੁਭਵ 'ਚ ਜੋ ਆਇਆ ਹੁੰਦਾ ਉਹ ਬੋਲਦੇ ਹਨ। ਮਹਾਂਪੁਰਸ਼ਾਂ ਨੇ ਬੋਲਣਾ ਤਾਂ ਹੋਰ ਸੀ, ਪਰ ਬਾਹਰ ਕੰਧ 'ਤੇ ਲਿਖਿਆ ਸੀ, ਗੁਰਦੁਆਰਾ ਸਾਹਿਬਾਨ ਦੀ ਕੰਧ ਜਿਹੜੀ ਸੀ ਦੀਵਾਰ, ਉਹਦੇ ਉੱਤੇ ਲਿਖਿਆ ਸੀ ਗੋਡ ਇਜ਼ ਵਨ। ਮਹਾਂਪੁਰਸ਼ ਅੰਦਰ ਆਏ, ਕੀਰਤਨ ਸ਼ੁਰੂ ਹੋਇਆ, ਵਿਚਾਰ ਚੱਲੀ, ਇਸ 'ਤੇ ਹੀ ਸ਼ੁਰੂ ਹੋ ਗਈ ਵਿਚਾਰ। ਕਹਿੰਦੇ ਪਿਆਰਿਓ, ਤੁਸੀਂ ਜਿਹੜਾ ਬਾਹਰ ਲਿਖਿਆ ਹੈ ਇਹ ਸੈਂਟੈਂਸ, ਵਾਕ ਅਧੂਰਾ ਹੈ। ਹੁਣ ਪੂਰੇ ਦੀ ਗੱਲ ਪੂਰਾ ਹੀ ਕਰ ਸਕਦਾ ਹੈ। ਕਹਿੰਦੇ ਇਹਨਾਂ ਨੂੰ ਪੂਰਾ ਕਰਨ ਵਾਸਤੇ ਅੱਗੇ ਲਿਖੋ ਨਥਿੰਗ ਐਲਸ, ਕਿ ਇਸ ਪਰਮੇਸ਼ਰ ਤੋਂ ਬਿਨਾਂ ਤਾਂ ਹੋਰ ਹੈ ਹੀ ਨਹੀਂ। ਕੋਈ ਪੁੱਛਦਾ ਸਵਾਲ ਸਾਨੂੰ ਕਿ ਸਿੱਖੀ ਕੀ ਹੈ, ਅਸੀਂ ਕਹਾਂਗੇ ਗੁਰਮੁਖ ਨਾਮ, ਦਾਨ, ਇਸ਼ਨਾਨ, ਕਿਰਤ ਕਰਨਾ, ਵੰਡ ਛਕਣਾ, ਨਾਮ ਜਪਣਾ। ਕਹਿੰਦੇ ਪਿਆਰਿਓ, ਇਹ ਤਾਂ ਦੂਜੇ ਵੀ ਕਰਦੇ ਹਨ, ਫਿਰ ਕੀ ਵਿਲੱਖਣਤਾ ਹੈ? ਕਿਉਂਕਿ ਜਿਹੜਾ ਸਾਡਾ ਪੰਥ ਹੈ ਇਹ ਨਿਰਾਲਾ ਹੈ। ਕਿਨੋ? ਆਪਣਾ ਪੰਥ ਨਿਰਾਲਾ। ਇਹ ਜਿਹੜਾ ਪੰਥ ਹੈ, ਬਾਬਾ ਜੀ ਨੇ ਜਿਹੜੀ ਸਿੱਧ ਮੰਡਲੀ ਸ਼ਬਦ ਜਿੱਤੀ, ਸਿੱਧ ਮੰਡਲੀ ਕੀ ਤੁਹਾਨੂੰ ਆਪਣਾ ਪੰਥ ਨਿਰਾਲਾ। ਹੁਣ ਉਹ ਜਿਹੜਾ ਨਿਰਾਲੀ ਗੱਲ ਕਿਹੜੀ ਹੋਈ? ਹੁਣ ਅੰਗਰੇਜ਼ਾਂ ਨੂੰ ਦੇਖੋ, ਜੇ ਉਹਨਾਂ ਨੂੰ ਦੇਖੀਏ ਤਾਂ ਉਹ ਪਿਨ ਡਰੋਪ ਸਾਇਲੈਂਸ ਚਰਚ 'ਚ ਜਾਂਦੇ ਹਨ, ਸੈਲਫ ਰਿਸਰਚ ਕਰਦੇ ਹਨ, ਵੰਡ ਛਕਣਾ ਬੜੀ ਖੁਸ਼ੀ ਦੇ ਨਾਲ, ਗੌਰਮੈਂਟ ਜਿਹੜੀ ਹੈ ਉਹਨੂੰ ਟੈਕਸ ਦਿੰਦੇ ਨੇ, ਅਤੇ ਉਹ ਟੈਕਸ ਫਿਰ ਵੰਡ ਛਕਣ ਵਾਂਗੂ ਹੀ ਹੈ, ਸਾਂਝੀਆਂ ਜਗ੍ਹਾ 'ਤੇ ਲੱਗਦਾ ਹੈ। ਡਿਵੈਲਪਮੈਂਟ ਹੁੰਦੀ ਹੈ, ਡੂ ਫਾਰ ਨੇਸ਼ਨ ਡੋਨੇਸ਼ਨ ਕਹਿੰਦੇ ਹਨ। ਇਹ ਉਹਨਾਂ 'ਚ ਬਹੁਤ ਹੈ। ਅਸੀਂ ਤਾਂ ਆਪਣੇ ਮੋਹ 'ਚ ਫਸੇ ਰਹਿੰਦੇ ਹਾਂ। ਚਲੋ ਠੀਕ ਹੈ, ਗੁਣ ਸਾਰਿਆਂ 'ਚ ਹੁੰਦੇ ਨੇ, ਸਾਂਝ ਕਰੀਜੈ ਗੁਣਾ ਘੇਰੀ, ਗੁਣਾਂ ਦੀ ਸਾਂਝ ਹੋਣੀ ਚਾਹੀਦੀ ਹੈ। ਉਹ ਕਰਦੇ ਇਸ ਤਰ੍ਹਾਂ ਦੇ ਨਾਲ ਹਨ, ਚੋਰੀ ਨਹੀਂ ਕਰਦੇ ਟੈਕਸ ਦੀ, ਖੁਸ਼ੀ ਨਾਲ ਦਿੰਦੇ ਹਨ। ਜਾਣ ਲੱਗੇ ਬਿੱਲ ਕਰਦੇ ਨੇ, ਵਸੀਅਤ ਲਿਖਦੇ ਹਨ। ਵਿਰਾਸਤ ਜਿਹੜੀ ਹੁੰਦੀ ਹੈ ਉਹ ਨੇਸ਼ਨ ਵਾਸਤੇ ਲਿਖ ਜਾਂਦੇ, ਆਪਣੇ ਬੱਚਿਆਂ ਵਾਸਤੇ ਨਹੀਂ ਕਰਦੇ। ਹੁਣ ਉਹ ਵੀ ਇਹ ਕਰਦੇ ਨੇ, ਫਿਰ ਅਸੀਂ ਉਹਨਾਂ ਨੂੰ ਕਿਵੇਂ ਦੱਸੀਏ ਕਿ ਵੰਡ ਛਕਣਾ, ਕਿਰਤ ਕਰਨੀ? ਕਿਰਤ ਤਾਂ ਇੰਨੀ ਜ਼ਿਆਦਾ ਉਹਨਾਂ ਦੇ, ਸਾਡੇ ਤਾਂ ਬੇਲਿਆਂ ਨੂੰ ਹੀ ਮਿਲੀ ਜਾਂਦਾ। ਕਈ ਕੋਟ ਬੈਠਤੀ ਹੀ ਖਾਏ, ਉੱਥੇ ਕਈ ਕੋਟ ਘਾਲੇ ਥੱਕ ਪਾਏ। ਕਿੰਨੇ ਦਿਨ ਰਾਤ ਲੱਗੇ ਰਹਿੰਦੇ ਹਨ। ਇਸ ਕਰਕੇ ਵਿਲੱਖਣਤਾ ਕੀ ਹੋਈ? ਇਹ ਤਾਂ ਉਹ ਵੀ ਕਰਦੇ ਨੇ। ਮਹਾਂਪੁਰਸ਼ਾਂ ਨੇ ਫਿਰ ਦੱਸਿਆ ਕਿ ਦੇਖੋ, ਏਮ ਆਫ ਲਾਈਫ, ਹਰ ਕੋਈ ਕਹਿ ਦੂ ਕਿ ਕਿਹੜਾ ਕੀ ਏਮ, ਅੰਤਮ ਗੋਲ ਕੀ ਹੈ? ਸਤਿਪੁਰਸ਼ਾਂ ਨੇ ਜਦੋਂ ਆਤਮ ਮਾਰਗ ਮੈਗਜ਼ੀਨ ਸ਼ੁਰੂ ਕੀਤਾ, ਕਿਉਂਕਿ ਰੂਹਾਨੀ ਸੰਦੇਸ਼, ਇਹ ਸਰਵ ਸਾਂਝਾ ਉਪਦੇਸ਼, ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼, ਚੌਂ ਵਰਨਾ ਕੋ ਸਾਂਝਾ। ਇਹ ਸਾਰੇ ਕਿਉਂਕਿ ਯੂਨੀਵਰਸਲ ਮੈਸੇਜ ਹੈ, ਗੁਰਬਾਣੀ ਸਰਵ ਸਾਂਝੀ ਹੈ, ਸਾਰਿਆਂ ਨੂੰ ਉਪਦੇਸ਼ ਦੇ ਰਹੀ ਹੈ। ਪਰ ਅਸੀਂ ਤਾਂ ਦੱਸ ਹੀ ਨਹੀਂ ਸਕੇ, ਆਪਣਿਆਂ ਤੱਕ ਹੀ ਸੀਮਤ ਰਹਿ ਕੇ ਚੱਲੇ ਆ, ਆਪਣੇ ਵੀ ਨਹੀਂ ਅਜੇ ਸਮਝ ਸਕੇ। ਉਹ ਫੇਰ ਸਵਾਲ ਆਉਂਦਾ ਕਿ ਅੰਤਮ ਗੋਲ ਕੀ ਹੈ? ਕੋਈ ਪੁੱਛ ਲਵੇ ਸਿੱਖੀ ਦਾ ਅੰਤਮ ਗੋਲ, ਤਾਂ ਮਹਾਂਪੁਰਸ਼ਾਂ ਨੇ ਫਿਰ ਦੱਸਿਆ, ਅਨੁਭਵ ਖੁੱਲ੍ਹਿਆ ਇਸ 'ਤੇ। ਕੀ ਅਨੁਭਵ ਜੋ ਉਹਨਾਂ ਦੇ ਵੀ ਅਨੁਭਵ 'ਚ ਆਇਆ? ਕਹਿਣ ਲੱਗੇ ਪਿਆਰਿਓ, ਇਹ ਹੈ ਏਕੋ ਬਰਮ ਦੁਤੀਆ ਨਾਸਤੀ। ਆਤਮ ਮਾਰਗ ਮੈਗਜ਼ੀਨ ਦਾ ਜੋ ਟਾਈਟਲ ਹੈ, ਬਾਬਾ ਗੁਰਿੰਦਰ ਸਿੰਘ ਜੀ ਸ਼ਿੰਗਾਰਦੇ ਨੇ, ਬਹੁਤ ਪਿਆਰ ਨਾਲ, ਅੱਧੀ ਅੱਧੀ ਰਾਤ ਟਿਕਾ ਦੇ ਵਿੱਚ ਬੈਠ ਕੇ ਬਣਾਉਂਦੇ ਨੇ। ਮਹਾਂਪੁਰਸ਼ ਵਰਤਦੇ ਨੇ,
ਟਹਿਲ ਮਹਿਲ ਤਾਂ ਕੋ ਮਿਲੇ ਜਾਂ ਕੋ ਸਾਧ ਕਿਰਪਾਲ। ਜਿਵੇਂ ਇਸ ਸ਼ਹਿਰ ਪਟਿਆਲਾ ਦੇ ਵਿੱਚ 700 ਮੈਂਬਰ ਹੁੰਦੇ, ਘਰ ਘਰ ਵੰਡਣ ਦੀ ਸੇਵਾ ਕਿੰਨਿਆਂ ਨੇ ਸ਼ੁਰੂ ਕੀਤੀ। ਸਮੇਂ ਦੀ ਐਸੀ ਮੈਲ ਜਿਹੜੀ ਮਨ 'ਤੇ ਪੈ ਜਾਂਦੀ, ਗਦਰਸ਼ ਐਸੀ ਕਿ ਉਹ ਭੁੱਲ ਭੱਲ ਗਏ, ਥੋੜ੍ਹੇ ਹੀ ਰਹਿ ਗਏ ਜਿਹੜੇ ਇਸ 'ਚ ਲੱਗੇ ਹੋਏ ਹਨ। ਸੋ ਟਾਈਟਲ 'ਤੇ ਮਹਾਂਪੁਰਸ਼ਾਂ ਨੇ ਇਹ ਲਿਖਿਆ ਕਿ ਏਕੋ ਬਰਮ ਦੁਤੀਆ ਨਾਸਤੀ। ਸਿੱਖੀ ਦਾ ਜੋ ਗੋਲ ਹੈ, ਗੁਰੂ ਮਹਾਰਾਜ ਆਪ ਹੀ ਦੱਸਦੇ ਹਨ, ਇਹ ਹੈ ਕਿ ਜਿਹੜਾ ਬਰਮ ਦੀਸੈ ਬਰਮ ਸੁਣਿਐ, ਏਕ ਏਕ ਵਖਾਣਿਐ, ਆਤਮ ਪਸਾਰਾ ਕਰਨਹਾਰਾ, ਪ੍ਰਭ ਬਿਨਾ ਨਹੀਂ ਜਾਣੀਐ। ਆ ਜਿਹੜਾ ਬਰਮ ਦਾ ਪਸਾਰ ਹੈ, ਜਿਹੜਾ ਮਹਾਰਾਜ ਨੇ ਕਿਹਾ ਦਵੈ ਤੇ ਏਕ ਰੂਪ ਹੋਏ ਗਿਓ। ਫਿਰ ਕਹਿੰਦੇ ਇਹਨੂੰ ਹੁਣ ਸਰੀਰ ਨੂੰ ਕੀ ਕਹਿਣਾ ਹੈ? ਇਹ ਹੈ ਹੀ ਉਹਦੇ ਵਿੱਚ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਸੁਖ ਸੰਹਿਓ ਅਰ ਪੈ ਨਹੀਂ ਜਾ ਕੇ ਕੰਚਨ ਮਾਟੀ ਮਾਨੇ। ਨਹਿ ਨਿੰਦਿਆ ਨੇ ਉਸਤਤ ਜਾ ਕੇ ਲੋਭ ਮੋਹ ਅਵਮਾਨਾ, ਹਰਖ ਸੋਗ ਤੇ ਰਹੇ ਨਿਆਰੋ ਨਾਹੇ ਮਾਨ ਅਪਮਾਨਾ। ਆਸਾ ਮਨਸਾ ਸਗਲ ਤੇ ਆਗੇ ਜਗ ਤੇ ਰਹੇ ਨਿਰਾਸਾ, ਕਾਮ ਕ੍ਰੋਧ ਜੈ ਪਰਸੈ ਨਾਹਿ ਤਹਿ ਕਟ ਬ੍ਰਹਮ ਨਿਵਾਸਾ। ਗੁਰ ਕਿਰਪਾ ਜਹ ਨਰ ਕੋ ਕੀਨੀ, ਤੇ ਇਹ ਜੁਗਤ ਪਛਾਨੀ। ਨਾਨਕ ਲੀਨ ਪਿਓ ਗੋਬਿੰਦ ਸਿੰਘ ਜਿਉ ਪਾਣੀ ਸੰਗ ਪਾਣੀ। ਅੱਜ ਦਾ ਜਿਹੜਾ ਸਮਾਗਮ ਹੈ, ਜਿੱਥੇ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਸਮਰਪਿਤ ਹੈ, ਜਿੱਥੇ ਉਹਨਾਂ ਤੋਂ ਸੰਪਰਦਾਇ ਚੱਲੀ, ਰਾੜਾ ਸਾਹਿਬ, ਰਤਵਾੜਾ ਸਾਹਿਬ, ਇਸ ਦੇ ਪੂਰਵਜ ਮਹਾਂਪੁਰਸ਼ਾਂ ਨੂੰ ਸਮਰਪਿਤ ਹੈ। ਇਹਦੀ ਨਿਸ਼ਾਨੀ ਕੀ ਗੁਰੂ ਮਹਾਰਾਜ ਆਪ ਦੱਸਦੇ ਹਨ। ਸੁਣ ਲੋ ਪਿਆਰਿਓ ਜੀਵਨ ਮੁਕਤ ਦੀ ਨਿਸ਼ਾਨੀ, ਪਿਆਰਿਓ ਜੀਵਨ ਮੁਕਤ ਦੀ ਨਿਸ਼ਾਨੀ। ਓ ਸੁਣ ਲੋ ਪਿਆਰੇ ਜੀਵਨ ਲੋ ਪਿਆਰੇ।
जीवन मुक्त दी निशानी। दी निशानी जीवन मुक्त दी निशानी। दी निशानी जीवन मुक्त दी निशानी। मुक्ति निशानी जीवन दी निशानी जीवन मुक्ति निशानी। जीवन दीन सुन लो प्यारे जीवन दी निशानी। जीवन मुक्त सो कहावे, कौन कहा सकदा है। जो इस अंतम गोल एको वरम द्वितीया नास्ति। क्योंकि निशानी है संत संग अंतर प्रभ डिठा। सतसंग करन दा की लाभ है। यही है कि विसर गई सब तात पराई। जब ते साध संगत मोहे पाई। ना को बैरी नहीं बेगाना सगल संग हमको बन आई। उत्थे फिर दवैत रहिंदी नहीं। उन्हां वास्ते जो नर दुख में दुख नहीं माने। सुख स्नेहो अर भै नहीं जाके कंचन माटी माने। नह निंदिया ने उस्तत जाके लोभ मोह अभिमाना। हरख सोग ते रहे न्यारो नाहे मान अपमाना। हुण ओदे वास्ते की है तैसा हरख तैसा सोग। तैसा स्वर्ण तैसी उस माटी। तैसा अमृत तैसी भी खाटी। तैसा मान तैसा अभिमान। तैसा रंग तैसा राजान। जो वरताए साई जुगत। नानक ओ पुरख कहिए जीवन मुक्त। हुण ऐसी ये अवस्था प्रैक्टिकल रूप दे विच जिन्हां ने सत्संग कीता है। संत संग अंतर प्रभ डिठा। नाम प्रभु का लागा मिठा। नाम दे विच अभेद होए। क्योंकि नाम सब दे अंदर है। भीखा भुखा को नहीं सबकी गठड़ी लाल। गठड़ी खोल न जानिया तांते भे कंगाल। हुण जदों ये नाम रखना सी। आ नाम जिमें शरीरां दे रख दिते ये तो अलग गल है। ये भी कह देंदे आ कि मैनू फलाणे तो नाम मिल गया। शरीरां दी गल नहीं। शब्द मिलावा होते देह मिलावा नाही। शब्द धुन है। शब्द का ध्यान ये अंतम गोल है। धुन विच ध्यान जाना। धुन में ध्यान ध्यान में जाने। वो तो पहला प्रतीक है संपत है। अखीर ते अहंग्रह है। बर्म दीस है बर्म सुनिए। यही है ये अंतम गोल है। उथे फिर मन साचा मुख साचा सोए। हुण
ਦੂਜਾ ਤਾਂ ਦੇਖੇ ਦੇ ਹੀ ਨਹੀਂ, ਅਵਰ ਨਾ ਪੇਖੈ ਏਕ ਸਬਿਨ ਕੋਏ, ਨਾਨਕ ਇਹ ਲੱਛਣ ਬਰਮ ਗਿਆਨੀ ਹੋਏ। ਬਰਮ ਗਿਆਨ ਉਹ ਅਹੰ ਗ੍ਰਹਿ ਧਿਆਨ, ਕਿਉਂਕਿ ਜਿਹੜਾ ਸਰੀਰ ਹੈ ਇਹਨੂੰ ਚਲਾਉਂਦੇ ਨੇ ਪੰਜ ਪ੍ਰਾਣ, ਫਿਰ ਇਹਨੂੰ ਜਿਹੜੀ ਸੈਂਸ ਦਿੰਦੇ ਨੇ ਪੰਜ ਗਿਆਨ ਇੰਦਰੇ ਹਨ, ਜਿਹੜੇ ਅਸੀਂ ਕੰਮਕਾਰ ਕਰਦੇ ਹਾਂ ਉਹ ਪੰਜ ਕਰਮ ਇੰਦਰੇ ਹਨ, ਅਤੇ ਚਾਰ ਹੋਰ ਜੁੜ ਗਏ 19 ਤੱਤ। ਹੁਣ ਸੂਖਸ਼ਮ ਨੇ ਅੱਗੇ, ਫਿਰ ਮਨ ਬੁੱਧ ਚਿੱਤ ਅਹੰ ਭਾਵ, ਇਹ ਚਾਰ ਦਾ ਜੋੜ ਅੰਤਿਸ਼ਕਰਨ ਹੈ। ਅੰਤਿਸ਼ਕਰਨ 'ਤੇ ਮੈਲ ਪੈ ਗਈ, ਸਾਨੂੰ ਆਪੇ ਦੇ ਦਰਸ਼ਨ ਨਹੀਂ ਹੁੰਦੇ, ਇਸੇ ਕਰਕੇ ਆਪਾ ਚਿੰਤਨ ਦੀ ਲੋੜ ਹੈ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਸਾਰੇ ਭੇਤ ਅੰਦਰ ਅਵਸਥਾਵਾਂ ਉਹ ਕਿਰਪਾ ਕਿਹਨਾਂ ਦੀ ਕੀਤੀ, ਜਿਨ੍ਹਾਂ ਨੇ ਆਪਣਾ ਤਨ ਮਨ ਧਨ ਸਭ ਤੋਂ ਪਹਿਲਾਂ ਸਮਰਪਿਤ ਕੀਤਾ। ਆਵਾਜ਼ ਆਈ, ਪਹਿਲੀ ਆਵਾਜ਼ 'ਤੇ ਭਾਈ ਦਇਆ ਰਾਮ ਜੀ ਲਾਹੌਰ ਤੋਂ ਚੱਲ ਕੇ ਗੁਰੂ ਚਰਨਾਂ ਵਿੱਚ ਆਏ। ਆਵਾਜ਼ ਕੀ ਸੀ ਕਿ ਸੀਸ ਦੀ ਲੋੜ ਹੈ। ਸਭ ਤੋਂ ਪਹਿਲਾਂ ਪਹਿਲੀ ਆਵਾਜ਼ 'ਤੇ ਉੱਠ ਕੇ ਖੜੇ ਹੋ ਗਏ ਕਿ ਪਾਤਸ਼ਾਹ ਮੇਰਾ ਤਾਂ ਕੁਝ ਹੈ ਹੀ ਨਹੀਂ ਕਿ ਮੈਂ ਦੇ ਸਕਦਾ, ਮੈਂ ਨਾਹੀਂ ਪ੍ਰਭ ਸਭ ਕੁਛ ਤੇਰਾ, ਈਗੈ ਨਿਰਗੁਣ ਉਗੈ ਸਰਗੁਣ। ਉੱਥੇ ਕਹਿੰਦੇ ਇੱਥੇ ਤੁਸੀਂ ਸਰਗੁਣ 'ਚ ਖੇਡ ਰਹੇ ਹੋ, ਉੱਥੇ ਨਿਰਗੁਣ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ, ਆਪਨ ਕੀਆ ਨਾਨਕਾ ਆਪੇ ਹੀ। ਫਿਰ ਜਾਪ ਕਹਿੰਦੇ ਹੁਣ ਇੱਕੋ ਹੀ ਹੋ ਗਏ, ਦੂਜੇ ਦੀ ਗੱਲ ਕੀ ਕਰਨੀ ਹੈ। ਏਕੋ ਕਹੀਏ ਨਾਨਕਾ, ਓ ਕਹੀਏ ਨਾਨਕਾ ਏਕੋ, ਕਹੀਏ ਨਾਨਕਾ ਏਕੋ, ਕਹੀਏ ਨਾਨਕਾ। ਕਹੀਏ ਨਾਨਕਾ ਏਕੋ, ਕਹੀਏ ਨਾਨਕਾ। ਦੂਜਾ ਕਾਹੇ ਕੋ, ਦੂਜਾ ਕਾਹੇ ਕੋ, ਦੂਜਾ ਕਾਹੇ ਸਿਮਰਿਆ, ਦੂਜਾ ਕਾਹੇ ਸਿਮਰਿਆ। आपे पट्टी कलम आप ऊपर लेख पितू, दूजा काहे सिमरिया, दूजा काहे सिमरिया। आपे पट्टी कलम आप ऊपर लेख पी तू, एको कहिए नानका दूजा काहे को, दूजा काहे सिमरिए। जो जम्मे ते मर जाए को सिमरो नानका, जो जल थल रहा समाए। बर्म दिसै बर्म सुनिए, ਏਕੋ ਬਰਮ ਦੁਤੀਆ ਨਾਸਤੀ। ਜਦੋਂ ਗੁਰੂ ਨੂੰ ਦੇ ਦਿੱਤਾ ਸਭ ਕੁਝ, ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਏ, ਫਿਰ ਤਾਂ ਆਪੇ ਹੀ ਪ੍ਰਾਪਤੀ ਹੋ ਗਈ। ਉਹ ਆਪਣਾ ਹੀ ਰੂਪ ਬਣਾ ਲਿਆ ਅਤੇ ਉਹਨਾਂ ਨੂੰ ਇਹ ਜੁਗਤ ਦੱਸੀ, ਕਿਉਂਕਿ ਪੰਜ ਪਿਆਰੇ ਅੰਮ੍ਰਿਤ ਛਕਾਉਂਦੇ, ਉਹਨਾਂ ਦੇ ਜਥੇਦਾਰ ਸਭ ਤੋਂ ਪਹਿਲੇ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਹੋਏ, ਜਿਨ੍ਹਾਂ ਤੋਂ ਆਪ ਗੁਰੂ ਮਹਾਰਾਜ ਜੀ ਅੰਮ੍ਰਿਤ ਛਕਦੇ ਹਨ। ਗੋਬਿੰਦ ਰਾਏ ਤੋਂ ਗੁਰੂ ਗੋਬਿੰਦ ਸਿੰਘ ਜੀ ਸਿੰਘ ਨਾਲ ਲੱਗ ਆਉਂਦੇ ਹਨ। ਕਿੱਡੀ ਕਿਰਪਾ ਕੀਤੀ ਸਾਡੇ ਉੱਤੇ।
आपे गुर चेला। ये बख्शिश होई क्योंकि सानू तो पता नहीं लगता, भुलेखे च पै जाने शरीरां दे संबंध ने। ये तो देह मिलावा जिहड़ा है थोड़े समय का, शब्द मिलावा होता है, देह मिलावा ना है। इस करके जिथे नाम पिया आत्म सहजादे वो तो अंदर है, तो बाहरों फिर की मिलता, बाहरों नाम नहीं कोई देंदा ना दे सकिया। ये भी भुलेखे सतपुरुषां ने दूर किए। कहते एवें लड़ी जाणगे कि चल तैनूं फलाणे तो नाम दवाईए। नाम नहीं कोई दे सकिया, ना देना है किसी ने। ये तो अंदरों मिलना है। नौ निध अमृत प्रभ का नाम, देही मैं इसका विश्राम। उथों दी निशानी की दसी है, सुन कहन न जाई अचरज विस्माद। हुण ऐसा विस्माद है गूंगे की मठियाई। हुण वो तक गूंगा दी जे आनंद आ गया उसके चेहरे तो ही पता लगू मुस्कुराउंदा है। इसे तरह ये सदा आनंद ते नहीं विजोग। हुण उत्थे आनंद ही आनंद है, तो उत्थे फिर विजोग कहदा विछोड़ा किहदा। विछोड़ा तो हों रोवेंदी रोंदी क्यों किहड़ी है, सब जग रुना। ये हों करके ही सारा रौला गौला है। ये दवैत है। इहदा जिहड़ा खात्मा है वाहिगुरु गुरु मंत्र है, जप होमे खोई। ये वाहिगुरु मंत्र मिलता है, नाम नहीं मिलता। नाम तो अंदरों मिलना है। तो ये साडे इस घर विच 5 प्यारे फिर अमृत छकाउंदे ने। सब तो पहली जथेदारी उन्होंने मिली, फिर उन्होंने जुगत अगे दसी, क्योंकि जिन्हां दे ते किरपा हुंदी तो यह जुगत पछाणी। नहीं तो पता ही नहीं लगता आपे दी पहचान दा। आपा चिंतन नहीं करते, चिंता तो जरूर करते हैं। चिंतित ही दिसै सब कोय, जिन्हों भी देख लो चेत एक तहीं सुख होए। एको कहिए नानक एको बरम दुतिया ना। हुण दवैत खत्म करनी है। चिंता कादी है? चिंता नानक चिंता मत करो, चिंता तिसी है। हुण जिहड़े पंछी ने उन्हां वाल ही वेख लो, पल्ले रिजक ना बंधदे पंछी ते दरवेश। फरीदा बलिहारी पंखियां जंगल जिन्ना वास, कंकर चुगण थल वसन रब न। आओ तो आस ती जिउंदे ने। इस तरह दे नाल ये जुगत अगे फिर बाबा सोभा सिंह जी नूं सोढी सन आनंदपुर साहब वाले उन्होंने दर्शाई गई। खंडे वाटे का अमृत छकिया, जुगत उन्होंने दस दी। फिर बाबा सोभा सिंह जी ने कृपा की। बाबा साहब सिंह जी बेदी जो गुरु नानक पातशाह जी की 11वीं अंश वंश बिंदी अंश सन, तो उन्होंने उत्ते कृपा हुई। फिर उन्होंने अगे कृपा की बाबा वीर सिंह जी, उन्होंने चरण शरण च किन्हां ने भेजे सी? बाबा भाग सिंह जी कुरी वालियां ने। वो तो वरख्त ठाठ सी बाबा भाग सिंह जी का, क्योंकि कृपा बाबा साहब सिंह जी तो बाबा भाग सिंह जी उपर हुई सी। तो उन्होंने कोल जदों बाबा वीर सिंह आए, फौज चो आए सन, कहते आ लो लश्कर किन्ना कुछ है तेरे पिछे, तो बड़े ही सामभ सकणगे, तू जा। उत्थे फिर घोड़ा सी, वो बिस्तरा सी जो फौज चो आउंदा इस तरह नाल आउंदा सी। कहंदे घर छड्ड के आ, ताज अभिमान लिहो मन मोल, राम नाम हिरदे में तोल, लाद खेप संत है संग चाल, अवर त्याग विख्या जंजाल। ये जिहड़ा व्यूह है हुण ये चढ़ी पई है सारे पासे, मैल अंदर फैल गई व्यूह हों दी। बिन सजाए हौमे बिख फैल, इहदा इलाज की है? वाहिगुरु गुरु मंत्र है। तो ये सतसंग विच आके गुण गावत तेरी उतर समैल। 3 हिस्सिਆਂ 'ਚ ਤਾਂ ਹੀ ਆਪਾਂ ਧਾਰਨਾ ਜਿਹੜੀ ਧੁਰਕੀ ਬਾਣੀ ਦੀ ਸਰਲ ਵਿਆਖਿਆ ਗਾਉਂਦੇ ਆ ਕਿ ਮੈਲ ਉਤਰੇ। ਅੰਤਿਸ਼ ਕੰਨ ਤੇ ਇੰਨੀ ਮੈਲ ਹੈ, ਇਹ ਬਿਨ ਸਜਾਏ ਹਉਮੈ ਬਿਖ ਫੈਲ, ਗੁਣ ਗਾਵਤ ਤੇਰੀ ਉਤਰ ਸਮੈਲ।
ਅੰਤਿਸ਼ਕਰਨ ਮੈਲਾ ਪਿਆ ਸ਼ੀਸ਼ਾ ਪਰਮ ਆਪੇ ਦੀ ਦਰਸ਼ਨ ਨਹੀਂ ਹੋਣ ਦਿੰਦਾ। ਏਕੋ ਬ੍ਰਹਮ ਦੁਤੀਆ ਨਾਸਤੀ, ਪਤਾ ਨਹੀਂ ਲੱਗਦਾ ਦਵੈਤ ਪਈ ਹੈ। ਹੁਣ ਕਿੰਨੇ ਜਨਮਾਂ ਦੀ ਹੈ, ਕਿਉਂਕਿ ਅਸੀਂ ਜਨਮ ਬਰਬਾਦ ਕਰਦੇ ਕਿੰਨੇ ਕਰ ਲਏ ਹਨ। ਬੈਰ ਵਿਰੋਧ, ਕਾਮ ਕ੍ਰੋਧ, ਝੂਠ ਵਿਕਾਰ, ਮਹਾਲੋਭ ਧਰੋ, ਇਹ ਆਹੂ ਜੁਗਤ ਬਿਹਾਨੇ ਕਈ ਜਨਮ, ਨਾਨਕ ਰਾਖ ਲਿਓ ਆਪਨ ਕਰ ਕਰਮ। ਇਸ ਤਰ੍ਹਾਂ ਇਹ ਕਰਦੇ ਕਰਦੇ ਸਾਨੂੰ ਇਹ ਸਰੀਰ ਮਿਲਿਆ, ਇਸ ਕਰਕੇ ਇਹਨੂੰ ਅਜਾਈ ਨਾ ਜਾਣ ਦਿਓ। ਜਦੋਂ ਕੋਈ ਚੰਗੇ ਭਾਗ ਹੋਣ ਫਿਰ ਐਸੇ ਗੁਰੂ ਆਪਾਂ ਰੋਜ਼ ਅਰਦਾਸ ਹੀ ਕਰਦੇ ਹਾਂ ਸਤਿਗੁਰ ਦੇ ਚਰਨਾਂ 'ਚ, ਕਿਉਂਕਿ ਨਾਨਕ ਹੁਕਮ ਨਾ ਚੱਲੀ ਨਾਲ ਖਸਮ ਚੱਲੇ ਅਰਦਾਸ। ਹੁਣ ਉੱਥੇ ਤਾਂ ਜਦੋਂ ਅਸੀਂ ਪਲੈਜ ਕਰਦੇ ਹਾਂ ਫਿਰ ਦੂਜੀ ਗੱਲ ਤਾਂ ਰਹਿੰਦੀ ਨਹੀਂ, ਸਲਾਮ ਜਵਾਬ ਦੋਵੇਂ ਕਰੇ ਮੁੰਡਾ ਕੁੱਥਾ ਜਾਏ। ਇਸ ਕਰਕੇ ਪ੍ਰਤਿਗਿਆ ਲੈਂਦੇ ਹਾਂ, ਪਲੈਜ ਲੈਂਦੇ ਹਾਂ ਕਿ ਤੈਨੂੰ ਆਪਾ ਸਮਰਪਣ ਕੀਤਾ ਜਿਨ੍ਹਾਂ ਨੇ ਕਰ ਦਿੱਤਾ, ਤੈਂ ਇਹ ਜੁਗਤ ਪਛਾਨੀ ਏਕੋ ਬ੍ਰਹਮ ਦੀ। ਜੁਗਤ ਪਤਾ ਲੱਗ ਗਿਆ ਉਹਨਾਂ ਨੂੰ। ਇਸ ਤਰ੍ਹਾਂ ਦੇ ਨਾਲ ਹੁਣ ਫਿਰ ਉੱਥੋਂ ਤੱਕ ਪਹੁੰਚਣਾ ਜਿਹੜਾ ਅੰਤਮ ਗੋਲ ਹੈ, ਇਹ ਜੁਗਤ ਚੱਲੀ ਆਉਂਦੀ, ਇਹ ਸੰਪਰਦਾਇ ਪਰੰਪਰਾ ਜਿਹੜੀ ਚੱਲੀ ਆਉਂਦੀ ਹੈ। ਕਿਉਂਕਿ ਜੁਗਤ ਦੱਸਦੇ ਨੇ, ਫਾਰਮੂਲਾ ਦੱਸਦੇ ਹਨ। ਫਾਰਮੂਲਾ ਜਦੋਂ ਤੱਕ ਅਪਲਾਈ ਨਹੀਂ ਕਰਦੇ, ਜਿਹੜੇ ਸਾਇੰਸ ਪੜ੍ਹਦੇ ਨੇ, ਸਾਇੰਸ ਦੇ ਵਿੱਚ ਕਦੇ ਵੀ ਜਿਹੜਾ ਲਾ ਹੈ, ਕਾਨੂੰਨ ਹੈ, ਕੁਦਰਤ ਦੇ ਕਾਨੂੰਨ ਨੇ, ਉਹਨਾਂ ਨੂੰ ਪਰਿਭਾਸ਼ਿਤ ਨਹੀਂ ਕੀਤਾ ਜਾ ਸਕਦਾ, ਡੈਫੀਨੇਸ਼ਨ ਨਹੀਂ ਉਹਨਾਂ ਦੀ, ਡਿਫਾਈਨ ਨਹੀਂ ਕੀਤਾ ਜਾ ਸਕਦਾ। ਸਾਇੰਸ ਵਿੱਚ ਸਟੇਟ ਕਰਦੇ ਨੇ। ਸਟੇਟ ਹੁੰਦਾ ਕਿ ਉਹਦੇ ਨਾਲ ਮਿਸਾਲ ਦੇਣੀ, ਐਗਜ਼ਾਮਪਲ ਦੇਣੀ। ਜੇ ਪਾਣੀ ਦੀ ਐਗਜ਼ਾਮਪਲ ਹੈ ਕਿ ਕਿਵੇਂ ਬਣਦਾ, ਤਾਂ ਦੋ ਗੈਸਾਂ ਇਕੱਠੀਆਂ ਕਰਦੇ ਨੇ, ਹਾਈਡਰੋਜਨ H2 ਅਤੇ ਦੂਜੇ ਪਾਸੇ ਆਕਸੀਜਨ, ਦੋਨਾਂ ਨੂੰ ਮਿਲਾ ਦਿੰਦੇ ਨੇ, H2O ਵਾਟਰ ਬਣ ਗਿਆ। ਅਤੇ ਇਸ ਤਰ੍ਹਾਂ ਇਹਨੂੰ ਸਿੱਧ ਕਰਨ ਵਾਸਤੇ ਸਾਇੰਸ ਦਾ ਜਿਹੜਾ ਲਾ ਇਹਨੂੰ ਸਟੇਟ ਕਰਦੇ ਆ, ਉਹਦੇ ਨਾਲ ਮਿਸਾਲ ਜ਼ਰੂਰ ਦੇਣੀ ਪੈਂਦੀ ਹੈ। ਇਸ ਤਰ੍ਹਾਂ ਸਾਹਮਣੇ ਮਿਸਾਲ ਹੈ ਪੂਰਵਜ ਮਹਾਂਪੁਰਸ਼ਾਂ ਦੀ। ਫਿਰ ਬਾਬਾ ਵੀਰ ਸਿੰਘ ਜੀ, ਬਾਬਾ ਸਾਹਿਬ ਸਿੰਘ ਜੀ ਦੇ ਚਰਨਾਂ ਵਿੱਚ ਰਹੇ। ਉਹਨਾਂ ਦੇ ਵਿੱਚ ਕਿੰਨੀ, ਅੱਜ ਵੀ ਉੱਥੇ ਜਾਓ ਊਨਾ ਸਾਹਿਬ ਕਿਲ੍ਹੇ ਦੇ ਵਿੱਚ 10,000 ਦਾ ਲੰਗਰ ਛਕਦੇ, ਕਿੰਨੇ ਨਾਲ ਹੀ ਰਹਿੰਦੇ, ਇੰਨੇ ਕੁ ਤਾਂ ਬਾਕੀ ਪਤਾ ਨਹੀਂ ਕਿੰਨੇ ਕੁ ਛਕਦੇ। ਵੱਡੇ ਵੱਡੇ ਉੱਥੇ ਜਿੱਥੇ ਆਟਾ ਗੁੰਨਦੇ ਬਹੁਤ ਵੱਡੇ ਵੱਡੇ ਚਵੱਚੇ ਬਣੇ ਨੇ। ਫਿਰ ਜਦੋਂ ਬਾਬਾ ਉੱਧਰੋਂ ਮਝੈਲ ਆਏ ਮਾਝੇ ਦੇ, ਕਹਿੰਦੇ ਤੁਹਾਨੂੰ ਤਾਂ ਨੱਥ ਹੀ ਪਾ ਸਕਦਾ। ਬਾਬਾ ਵੀਰ ਸਿੰਘ ਜੀ ਨੂੰ ਭੇਜਦੇ ਨੇ ਨਰੰਗਾਬਾਦ। ਉੱਥੇ ਫਿਰ ਆਪ ਜੀ ਕੋਲ 12,000 ਤਾਂ ਸ਼ਸਤਰ ਧਾਰੀ ਨਾਲ ਹੀ ਰਹਿੰਦੇ ਸਨ, ਤਿਆਰ ਬਰ ਤਿਆਰ ਸਿੰਘ। ਅਤੇ ਬਾਕੀ ਹੋਰ ਪਤਾ ਨਹੀਂ ਕਿੰਨਾ, ਹੁਣ ਤਾਂ ਗਿਣਤੀ ਹੀ ਨਹੀਂ ਹੁੰਦੀ। ਤਾਰੇ ਗਿਣੇ ਜਾਤ ਹੈ ਨਾ ਤਾਰੇ ਗਿਣੇ ਜਾਤ ਹੈ। ਉਹ ਇਸ ਤਰ੍ਹਾਂ ਦੇ ਨਾਲ ਜਦੋਂ ਆ ਧਿਆਨ ਸਿੰਘ ਡੋਗਰਾ ਸੀ ਮਹਾਰਾਜਾ ਰਣਜੀਤ ਸਿੰਘ ਦਾ ਨਜ਼ਦੀਕੀ, ਖਾਲਸਾ ਰਾਜ ਦਾ ਜਿਹੜਾ ਤਿਲਕ ਵੀ ਸੀ ਲਾਇਆ ਬਾਬਾ ਬੇਦੀ ਜੀ ਨੇ ਲਾਇਆ, ਬਾਬਾ ਸਾਹਿਬ ਸਿੰਘ ਜੀ ਨੇ। ਅਤੇ ਡੋਗਰਿਆਂ ਦੀਆਂ ਚਾਲਾਂ ਚੱਲੀਆਂ। ਮਹਾਰਾਜਾ ਰਣਜੀਤ ਸਿੰਘ ਦੇ ਸਰੀਰ ਤੋਂ 10 ਕੁ ਸਾਲ ਬਾਅਦ ਹੀ ਐਸੀ ਮਾਰ ਧਾੜ ਚੱਲੀ। ਖੜਕ ਸਿੰਘ ਸੀ ਸਾਹਿਬਜ਼ਾਦਾ ਵੱਡਾ, ਉਹਨੂੰ ਰਾਜ ਭਾਗ ਦਿੱਤਾ ਗਿਆ। ਜਿਹਨੂੰ ਰਾਜ ਭਾਗ ਦਿੱਤਾ ਜਾਂਦਾ ਉਹਨੂੰ ਰਾਜ ਕੁਮਾਰ ਕਹਿੰਦੇ ਨੇ, ਕੋਇਰ ਕਹਿੰਦੇ ਹਨ, ਅਤੇ ਬਾਕੀ ਕਵਰ ਹੁੰਦੇ ਨੇ। ਹੁਣ ਜਿਹੜੇ ਅੱਗੇ ਸੀ ਉਹ ਰੌਲਾ ਪੈ ਗਿਆ ਕਿ ਤਾਂ ਫੀਮ ਖਾਂਦਾ ਹੈ, ਨਸ਼ਾ ਧਾਰੀ ਹੈ। ਉਹਦੇ ਪੁੱਤਰ ਨੂੰ, ਜਿਹੜਾ ਪਿਓ ਦਾਦੇ ਜਵੇਹਾ ਪੋਤਾ ਪ੍ਰਵਾਨ ਨਿਹਾਲ ਸਿੰਘ ਸੀ, ਉਹਨੂੰ ਨੌ ਨਿਹਾਲ ਸਿੰਘ, ਉਹਨੂੰ ਫਿਰ ਗੱਦੀ 'ਤੇ ਵਟਾ ਦਿੱਤਾ, ਖੜਕ ਸਿੰਘ ਨੂੰ ਤਾਰ ਦਿੱਤਾ। ਸਾਲ ਕੁ ਬਾਅਦ ਉਹ ਵੀ ਵਿਚਾਰਾ ਚੜ੍ਹਾਈ ਕਰ ਗਿਆ ਇਸੇ ਅਫਸੋਸ 'ਚ। ਅਤੇ ਇੱਧਰ ਡੋਗਰਿਆਂ ਦੀਆਂ ਚਾਲਾਂ, ਉਹ ਜਦੋਂ ਉਹਦਾ ਸੰਸਕਾਰ ਕਰਕੇ ਆਏ ਖੜਕ ਸਿੰਘ ਦਾ, ਉੱਤੋਂ ਇੱਕ ਪੱਥਰ ਸੁੱਟਿਆ, ਜਿਵੇਂ ਛੱਜਾ ਹੁੰਦਾ, ਕੈਂਟੀਲੀਵਰ ਕਹਿ ਦਿੰਦੇ ਹਨ, ਅਤੇ ਉਹ ਸਿੱਟ ਦਿੱਤਾ। ਅਤੇ ਉਹ ਜਾਨ ਨਹੀਂ ਸੀ ਅਜੇ ਨਿਕਲੀ, ਅੰਦਰ ਡੋਗਰਿਆਂ ਨੇ ਲਿਜਾ ਕੇ ਪੱਥਰ ਮਾਰ ਦਿੱਤਾ। ਫਿਰ ਅੱਗੇ ਫਿਰ ਜਿਹੜੇ ਕੋਇਰ ਸਨ ਉਹ ਬੈਠਦੇ ਗਏ। ਫਿਰ ਰੌਲਾ ਪੈ ਗਿਆ, ਮਾਰ ਧਾੜ ਚੱਲ ਗਈ। ਜਿਹੜਾ 40 ਸਾਲ ਦਾ ਰਾਜ 10 ਕੁ ਸਾਲ 'ਚ ਹੀ ਖਤਮ ਕਰ ਦਿੱਤਾ ਆਪਸੀ ਫੁੱਟ ਨੇ।
ਤੇ ਫਿਰ ਇਹ ਜਿਹੜੇ ਪਸ਼ੌਰਾ ਸਿੰਘ, ਕੰਵਰ ਪਸ਼ੌਰਾ ਸਿੰਘ ਸੀ, ਕਸ਼ਮੀਰਾ ਸਿੰਘ ਸੀ, ਮਹਾਂਪੁਰਸ਼ਾਂ ਦੀ ਚਰਨ ਸ਼ਰਨ 'ਚ ਆ ਗਏ। ਹੁਣ ਫਿਰ ਉਹਨਾਂ ਨੇ ਉਹਨਾਂ ਦੇ ਉੱਤੇ ਕਿਰਪਾ ਕੀਤੀ। ਹੁਣ ਜੋ ਚਰਨ ਸ਼ਰਨ 'ਚ ਆ ਗਿਆ, ਜੇ ਕਹਿੰਦੇ ਅਸੀਂ ਅੰਗਰੇਜ਼ਾਂ ਦੇ ਰਾਜ 'ਚ ਜਾਂਦੇ ਹਾਂ ਤਾਂ ਦੇਸ਼ ਧਰੋਹੀ ਬਣਾਂਗੇ, ਇਹ ਤਾਂ ਕਮਾਉਣਾ ਨਹੀਂ ਸੀ। ਮਹਾਂਪੁਰਸ਼ਾਂ ਕੋਲ ਰਹਿਣ ਲੱਗ ਗਏ। ਇਹ ਜਿਹੜਾ ਲਾਹੌਰ ਦਰਬਾਰ ਸੀ ਮੰਗਦਾ ਸੀ, ਕਹਿੰਦੇ ਇਹ ਨਹੀਂ ਮਿਲਣੇ। ਤੇ ਫਿਰ ਪਤਾ ਸੀ ਫੌਜ ਚੜ੍ਹ ਕੇ ਆਈ, ਆਪ ਜੀ ਨੇ ਪੁਰਜਾ ਪੁਰਜਾ ਕੱਟ ਮਰੇ, ਸਾਰਾ ਸਰੀਰ ਛਲਣੀ ਛਲਣੀ ਹੋ ਗਿਆ, ਤੋਪਾਂ ਨਾਲ ਉੱਡ ਗਿਆ। ਜਿਹੜਾ ਗੜਵਈ ਸੀ ਹਰੀ ਸਿੰਘ, ਉਹ ਕਹਿਣ ਲੱਗਿਆ, ਮਹਾਰਾਜ ਵੇਖਿਆ ਨਹੀਂ ਜਾਂਦਾ, ਕਹਿੰਦੇ ਕੋਠਾ ਢਹਿੰਦਾ ਹੈ, ਦੇਹ ਦੇ ਆਸ ਟੁੱਟਿਆ ਹੋਇਆ ਆਤਮਦਰਸ਼ੀ ਮਹਾਂਪੁਰਸ਼। ਇਸ ਤਰ੍ਹਾਂ ਉਹਨਾਂ ਨੇ ਪ੍ਰਾਣਾਂ ਦੀ ਆਹੂਤੀ ਪਾਈ, ਕਿੱਡੀ ਕਿਰਪਾ ਕੀਤੀ। ਭਰਾ ਮਾਰੂ ਜੰਗ ਤੋਂ ਸਿੱਖ ਕੌਮ ਨੂੰ ਬਚਾਇਆ। ਉਹਨਾਂ ਤੋਂ ਬਾਅਦ ਫਿਰ ਦੋ ਸਮਕਾਲੀ ਮਹਾਂਪੁਰਸ਼ ਹੋਏ। ਇੱਕ ਬਾਬਾ ਮਹਾਰਾਜ ਸਿੰਘ ਜੀ ਸਨ, ਦੂਜੇ ਬਾਬਾ ਖੁਦਾ ਸਿੰਘ ਜੀ ਸਨ। ਨਾਮ ਤਾਂ ਖੁਦਾ ਸਿੰਘ ਬਾਅਦ 'ਚ ਪੈ ਗਿਆ। ਜਦੋਂ ਉੱਧਰ ਗਏ ਗਜਨੀ ਵੱਲ, ਉੱਥੇ ਜਾ ਕੇ ਪੁੱਛਿਆ ਕੌਣ, ਕਹਿੰਦੇ ਖੁਦਾਈ ਖਤਮ ਕਰ ਦਿੱਤੀ, ਖੁਦ ਖੁਦਾ, ਨਾ ਹੀ ਖੁਦਾ ਸਿੰਘ ਪੈ ਗਿਆ। ਇੱਧਰ ਜਿਹੜੇ ਸੀ ਸ਼੍ਰੀਮਾਨ ਜੀ ਲੰਗਰ ਦੇ ਇੰਚਾਰਜ, ਉਹਨਾਂ ਦਾ ਨਾਮ ਨਿਹਾਲ ਸਿੰਘ ਸੀ। ਪਰ ਪਿਆਰ ਨਾਲ ਪ੍ਰਸ਼ਾਦਾ ਛਕਾਉਣਾ, ਹਰ ਇੱਕ ਨੂੰ ਕਹਿਣਾ ਆਓ ਮਹਾਰਾਜ ਜੀ ਪ੍ਰਸ਼ਾਦ ਪਾਣੀ ਛਕੋ, ਕਿਉਂਕਿ ਪਹਿਲਾਂ ਪੰਗਤ ਪਾਛੇ ਸੰਗਤ। ਪਹਿਲਾਂ ਜ਼ਰੂਰੀ ਹੈ ਕਿ ਆਉਂਦਿਆਂ ਨੂੰ ਚਾਹ ਪਾਣੀ ਲੰਗਰ ਛਕਾਉਣਾ। ਅਤੇ ਫਿਰ ਇਸ ਤਰ੍ਹਾਂ ਦੇ ਨਾਲ ਕਰਦੇ ਕਰਦੇ ਉਹਨਾਂ ਦਾ ਨਾਮ ਹੀ ਮਹਾਰਾਜ ਸਿੰਘ ਪੈ ਗਿਆ। ਅਤੇ ਫਿਰ ਉਹਨਾਂ ਨੇ ਵੀ ਕਿੱਡੀ ਆਹੂਤੀ ਪਾਈ। ਜੰਗੇ ਆਜ਼ਾਦੀ ਜਦੋਂ ਚੱਲ ਸ਼ੁਰੂ ਹੋਈ ਤਾਂ ਸਭ ਤੋਂ ਪਹਿਲੀ ਸ਼ਹਾਦਤ ਅਸਹਿ ਤੇ ਅਕਹਿ ਕਸ਼ਟ ਸਹਾਰਦੇ ਹੋਏ ਸ਼ਹਾਦਤ ਦਾ ਜਾਮ ਪੀਤਾ। ਜਲ ਵਤਨ ਕੀਤੇ ਗਏ, ਸਿੰਗਾਪੁਰ ਦੀਆਂ ਜੇਲਾਂ ਦੇ ਵਿੱਚ ਸ਼ਹਾਦਤ ਦਾ ਜਾਮ ਪੀਤਾ। ਉਹਨਾਂ ਤੋਂ ਬਾਅਦ ਫਿਰ ਬਾਬਾ ਰਾਮ ਸਿੰਘ ਜੀ ਵਿਰਕਤ ਹੋਏ। ਫਿਰ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਹੋਏ, ਜਿਨ੍ਹਾਂ ਨੇ 101 ਨੂੰ ਹੀ ਅੰਮ੍ਰਿਤ ਛਕਾਇਆ। ਅੰਮ੍ਰਿਤ ਛਕਣਾ, ਕਿਉਂਕਿ ਅੰਮ੍ਰਿਤ ਨਾਮ ਨਿਧਾਨ ਹੈ, ਮਿਲ ਪੀਵੋ ਪਾਈ। ਉਹ ਅੰਦਰਲੇ ਅੰਮ੍ਰਿਤ ਤੱਕ ਪਹੁੰਚਾਉਣ ਦਾ ਇਹ ਇੱਕ ਤਰ੍ਹਾਂ ਦਾ ਢੰਗ ਹੈ, ਕਿਉਂਕਿ ਅੰਦਰ ਦਾ ਤਾਂ ਸਾਨੂੰ ਪਤਾ ਨਹੀਂ ਲੱਗਦਾ। ਇਸੇ ਕਰਕੇ ਜਿਹੜਾ ਅੰਦਰ ਸਰੋਵਰ ਹੈ ਨਾਮ ਦਾ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਉਸ ਦੀ 10 ਅੰਮ੍ਰਿਤ ਦਾ ਸਰੋਵਰ ਸ੍ਰੀ ਹਰਿਮੰਦਰ ਸਾਹਿਬ ਸਾਜਿਆ। ਅੰਮ੍ਰਿਤਸਰ ਸਿਫਤੀ ਦਾ ਘਰ, ਉਹ ਐਸਾ ਅੰਮ੍ਰਿਤਸਰ ਹੈ ਜਿੱਥੇ ਸਿਫਤ ਸਲਾਹ ਹੁੰਦੀ ਹੈ 24 ਘੰਟੇ, ਬਾਣੀ ਪੜ੍ਹੀ ਜਾਂਦੀ, ਪਾਣੀ 'ਚ ਅਸਰ ਹੋ ਗਿਆ, ਅੰਮ੍ਰਿਤ ਦਾ ਸਰੋਵਰ ਬਣ ਗਿਆ। ਹੁਣ ਉਹਦੇ ਵਿੱਚ ਵੀ ਇਸ਼ਨਾਨ ਕਰੋ, ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ। ਉੱਥੇ ਕੀ ਹੁੰਦਾ, ਰਾਮਦਾਸ ਸਰੋਵਰ ਨਹਾਤੇ ਸਭ ਲਾਥੇ, ਜਿੰਨੇ ਵੀ ਇਹ ਹਨ ਪਾਪ ਉਤਰ ਜਾਂਦੇ ਨੇ। ਇੱਕ ਅੰਦਰ ਸਰੋਵਰ ਹੈ, ਕਿਲ ਵਿਖ ਪਾਪ ਦੋਖ ਲਹਿ ਜਾਵੇ, ਇਹ ਅੰਦਰ ਦੇ ਨਾਲ ਜੋੜਦਾ, ਬਾਹਰ ਪ੍ਰਤੀਕ ਹੈ। ਜਿਵੇਂ ਸਰੀਰ ਵੀ ਹਰਿਮੰਦਰ ਹੈ, ਜਿਹਦੇ ਵਿੱਚੋਂ ਸਾਨੂੰ ਨਾਮ ਦਾ ਪਤਾ ਲੱਗਦਾ ਹੈ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸਰਾਮ। ਉਹਨਾਂ ਨੇ ਪਰਖ ਕੇ ਹੀ ਅੰਮ੍ਰਿਤ ਛਕਾਇਆ। ਜਦੋਂ ਸਾਰੇ ਸਮ ਦਮ ਜਨ ਨਿਜ਼ਮ ਪਾਲ ਲਏ, ਆਸਣ ਸਿੱਧ ਕਰ ਲਏ, ਧਾਰਨਾ ਧਿਆਨ ਪ੍ਰਤਿਹਾਰ ਤੱਕ ਪਹੁੰਚ ਗਏ, ਫਿਰ ਉਹਨਾਂ ਨੂੰ ਛਕਾਉਣਾ ਅੰਮ੍ਰਿਤ। ਵੀ ਹੁਣ ਫਿਰ ਅੱਗੇ ਜਾ ਕੇ ਫਿਰ ਅੰਮ੍ਰਿਤ ਛਕ ਕੇ, ਅੰਮ੍ਰਿਤ ਹਰ ਹਰ ਨਾਮ ਹੈ, ਮੇਰੀ ਜਿੰਦੜੀ ਹਰ ਅੰਮ੍ਰਿਤ ਗੁਰਮਤਿ ਪਾਏ ਰਾਮ, ਹਉਮੈ ਮਾਇਆ ਬਿਖ ਹੈ। ਹੁਣ ਜਿਹੜੀ ਇਹ ਜ਼ਹਿਰ ਹੈ, ਇਹ ਗੁਰੂ ਮੰਤਰ ਨਾਲ ਕਿਵੇਂ ਉਤਰਨੀ, ਉਹ ਜੁਗਤ ਦੱਸੀ ਉਹਨਾਂ ਨੇ। ਅਤੇ ਫਿਰ ਉਹ ਸਾਰੇ ਬ੍ਰਹਮ ਗਿਆਨ ਅਵਸਥਾ ਦੇ ਮਹਾਂਪੁਰਸ਼ ਹੋਏ। ਕਿਉਂਕਿ ਜਿਹੜਾ ਬੇਮੁਖਤਾਈ ਦਾ ਦੋਸ਼ ਹੈ ਬਹੁਤ ਵੱਡਾ ਹੈ। ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ। ਇਸ ਕਰਕੇ ਇਹ ਜਿਹੜੀ ਕੀਮਤੀ ਵਸਤੂ ਹੈ, ਸਾਈਂ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ। ਮਹਾਂਪੁਰਸ਼ ਪਰਖ ਕੇ ਹੀ ਦੱਸਦੇ। ਤਾਂ ਰਤਵਾੜਾ ਸਾਹਿਬ ਦਿਆਲੂ ਕਿਰਪਾਲੂ ਮਹਾਂਪੁਰਸ਼ਾਂ ਨੇ ਲਿਖਤ 'ਚ ਲਿਆ ਦਿੱਤਾ। ਕਿਉਂਕਿ ਜਿਹੜੀ ਇਹ ਸੰਪਰਦਾ ਚੱਲੀ, ਫਿਰ ਉੱਥੋਂ ਫਿਰ ਹੋਤੀ ਮਰਦਾਨ ਦੀ ਨਿਰਮਲ ਸੰਪਰਦਾ ਕਹਿਲਾਈ। ਫਿਰ ਉਹਨਾਂ 'ਚੋਂ ਫਿਰ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲੇ, ਫਿਰ ਰਾੜਾ ਸਾਹਿਬ ਵਾਲੇ। ਰਾੜਾ ਸਾਹਿਬ ਵਾਲਿਆਂ ਦਾ ਇਹ ਹੁਕਮ ਸੀ, ਰਤਵਾੜਾ ਸਾਹਿਬ ਵਾਲਿਆਂ ਨੂੰ 1973 ਦੇ ਵਿੱਚ
ਜਦੋਂ ਉਹਨਾਂ ਨੇ ਕਿਹਾ ਕਿ ਕਿੰਨੀਆਂ ਇਹ ਸੰਪਰਦਾਵਾਂ ਹਨ, ਇਹਨਾਂ ਦੇ ਮੈਗਜ਼ੀਨ ਚੱਲਦੇ ਨੇ, ਸਾਨੂੰ ਵੀ ਚਲਾਉਣਾ ਚਾਹੀਦਾ ਹੈ। ਰਾੜਾ ਸਾਹਿਬ ਵਾਲੇ ਵੱਡੇ ਮਹਾਂਪੁਰਸ਼ ਕਹਿਣ ਲੱਗੇ ਕਿ ਇਹ ਕੰਮ ਤੁਸੀਂ ਕਰ ਸਕਦੇ ਹੋ। ਪ੍ਰਿੰਟ ਮੀਡੀਆ, ਫਿਰ ਮੈਗਜ਼ੀਨ ਵੀ ਸ਼ੁਰੂਆਤ 1995 'ਚ ਹੋਈ, ਫਿਲਮਾਂ ਬਣਨੀਆਂ ਸ਼ੁਰੂ ਹੋਈਆਂ, ਇਲੈਕਟ੍ਰੋਨਿਕ ਮੀਡੀਆ, ਇਹਦੇ ਰਾਹੀਂ ਫਿਰ ਜੁਗਤ ਨਾਲ ਸਾਰੇ ਸੰਸਾਰ ਦੇ ਵਿੱਚ ਪ੍ਰਚਾਰ ਫੈਲਿਆ। ਸਹੀ ਮਾਇਨਿਆਂ ਦੇ ਵਿੱਚ ਕਿ ਕੀ ਸ਼ਬਦ ਹੈ, ਸ਼ਬਦ ਹੈ ਧੁਨ, ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ। ਗੁਰਮੁਖ ਅਕਥ ਕਹਾਣੀ, ਹਰ ਕੇ ਸੇਵਕ ਜੋ ਹਰ ਪਾਏ, ਤਿਨ ਕੀ ਕਥਾ ਨਰਾਰੀ ਰੇ। ਸੋ ਹੁਣ ਸਮਾਂ ਨਹੀਂ ਇਜਾਜ਼ਤ ਦਿੰਦਾ, ਸੋ ਸਮੇਂ ਦੇ ਵਿੱਚ ਸਮਾਪਤੀ ਕਰੀਏ। ਜਾਂਦੇ ਜਾਂਦੇ ਜ਼ਰੂਰ, ਕਿਉਂਕਿ ਇੱਥੇ ਜਿੰਨੇ ਜ਼ਿਆਦਾਤਰ ਪਹੁੰਚੇ ਨੇ ਆਤਮ ਮਾਰਗ ਦੇ ਪਾਂਧੀ ਹਨ, ਆਤਮ ਮਾਰਗ ਉਹਨਾਂ ਦੇ ਘਰਾਂ ਵਿੱਚ ਆਉਂਦਾ ਹੈ। ਜੇ ਨਹੀਂ ਵੀ ਆਉਂਦਾ ਤਾਂ ਜ਼ਰੂਰ ਅੱਜ ਆਪਣਾ ਅਤਾ ਪਤਾ ਦੱਸ ਕੇ ਜਾਇਓ। ਕੋਈ ਇਹਦੀ ਬਹੁਤੀ ਭੇਟਾ ਵੀ ਨਹੀਂ ਰੱਖੀ ਗਈ, ਕਿਉਂਕਿ ਇਹ ਵੀ ਲੰਗਰ ਚੱਲਿਆ ਗੁਰਸ਼ਬਦ, ਇਹ ਲੰਗਰ ਹੈ, ਇਹਦੇ ਵਿੱਚ ਕੋਈ ਘਾਟ ਤਾਂ ਆਉਣੀ ਨਹੀਂ। ਖਾਵੇ ਖਰਚੇ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਦੋ ਜਾਈ। ਇਹ 'ਚ ਘਾਟਾ ਤਾਂ ਹੈ ਹੀ ਨਹੀਂ। ਤੁਸੀਂ ਪਤਾ ਵੀ ਦੱਸ ਜਾਓਗੇ ਤਾਂ ਵੀ ਤੁਹਾਡੇ ਘਰ ਇਹਨੇ ਪਹੁੰਚੀ ਜਾਣਾ। ਆਪਣਾ ਪਤਾ ਜ਼ਰੂਰ ਦੱਸ ਕੇ ਜਾਇਓ। ਟਰਸਟ ਵੱਲੋਂ ਸਾਰਾ ਹਿਸਾਬ ਕਿਤਾਬ ਲਾ ਕੇ 300 ਰੁਪਇਆ ਇਹਦੀ ਸਾਲਾਨਾ ਮੈਂਬਰਸ਼ਿਪ ਰੱਖੀ ਗਈ ਹੈ। ਪਰ ਪਿਆਰ ਵਾਲੇ ਚਾਹੁੰਦੇ ਨੇ ਕਿ ਘਰ ਘਰ ਪਹੁੰਚੇ, ਉਹ ਸੇਵਾ ਲੈ ਲੈਂਦੇ ਨੇ। ਉਹ ਤਾਂ ਕਹਿੰਦੇ ਇਹਨੂੰ ਫ੍ਰੀ ਦੇਵੋ। ਹੁਣ ਹਿੰਦੀ ਦੀਆਂ ਪੁਸਤਕਾਂ ਹਨ, ਸਾਰੀਆਂ ਫ੍ਰੀ ਵੰਡੀਆਂ ਜਾਂਦੀਆਂ ਨੇ ਕਿ ਉਹ ਤਾਂ ਤੱਕ ਪਹੁੰਚੇ ਜਿਨ੍ਹਾਂ ਨੂੰ ਪਤਾ ਹੀ ਨਹੀਂ। ਅੱਜ ਆਪਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਦਿਨ ਮਨਾ ਰਹੇ ਹਾਂ। ਹੁਣ ਅਸੀਂ ਦੱਸ ਨਹੀਂ ਸਕੇ, ਇਹ ਮਹਾਂਪੁਰਸ਼ਾਂ ਨੇ ਸਰਵਪ੍ਰਿਯ ਗੁਰੂ ਗੋਬਿੰਦ ਸਿੰਘ ਇਸ ਦੇ ਉੱਤੇ ਆਤਮ ਮਾਰਗ 'ਚ ਲੇਖ ਲਿਖਿਆ, ਇਹਨੂੰ ਦੂਜੀਆਂ ਭਾਸ਼ਾਵਾਂ 'ਚ ਵੀ ਛਪਾਇਆ। ਉੱਥੇ ਸਤਿੰਦਰਪਾਲ ਸਿੰਘ ਅਹੂਜਾ, ਵੱਡੇ ਵੱਡੇ ਉਹਨਾਂ ਦੀ ਇੰਡਸਟਰੀ ਹੈ, 4 ਕੱਪੜੇ ਦੀਆਂ ਮਿੱਲਾਂ ਹਨ, ਉਹ ਸਟਾਲ ਲਾਉਂਦੇ ਨੇ। ਅਤੇ ਇੱਕ ਵਾਰੀ ਇਹ ਮੈਗਜ਼ੀਨ ਦੇ ਵਿੱਚ ਇਹਨਾਂ ਨੇ ਛਪਾ ਕੇ ਮਰਾਠੀ ਦੇ ਵਿੱਚ ਸਰਵਪ੍ਰਿਯ ਗੁਰੂ ਗੋਬਿੰਦ ਸਿੰਘ ਉੱਥੇ ਵੰਡਿਆ। ਬਾਲ ਠਾਕਰੇ ਕੋਲੇ ਪਹੁੰਚਿਆ, ਉਹਦੀ ਚਿੱਠੀ ਆਈ ਕਿ ਉਹਨੇ ਤਾਂ ਆਪਣੇ ਹਿਸਾਬ ਨਾਲ ਲਿਖਿਆ ਕਿ ਅਸੀਂ ਤਾਂ ਹੋਰ ਹੀ ਸਮਝਦੇ ਰਹੇ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਜੰਗ ਯੁੱਧ ਕਰਦੇ ਰਹੇ। ਕਹਿੰਦੇ ਇਹ ਤਾਂ ਸਰਵਪ੍ਰਿਯ ਗੁਰੂ ਗੋਬਿੰਦ ਸਿੰਘ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਲਵ ਇਜ਼ ਗੋਡ, ਗੋਡ ਇਜ਼ ਲਵ। ਇਹ ਸਿਧਾਂਤ ਗੁਰੂ ਮਹਾਰਾਜ ਜੀ ਨੇ ਦਿੱਤਾ। ਅਤੇ ਇਸ ਤਰ੍ਹਾਂ ਉਹ ਦੇਖੋ, ਜੇ ਉਹਨੂੰ ਦੱਸੇ ਹੀ ਨਹੀਂ, ਪਤਾ ਹੀ ਨਹੀਂ ਸੀ, ਨਹੀਂ ਉਹ ਹੋਰ ਤਰ੍ਹਾਂ ਹੀ ਸਮਝਦਾ ਸੀ। ਸੋ ਦੱਸਣ ਦੀ ਲੋੜ ਹੈ। ਸੋ ਤੁਸੀਂ ਤਾਂ ਜੇ ਇਹਦੇ ਮੈਂਬਰ ਹੋ ਤਾਂ ਅੱਗੇ ਹੋਰ ਦੇ ਕੋਲ ਲਿਜਾ ਕੇ, ਕਿਉਂਕਿ ਪੂਜਾ ਅਕਾਲ ਕੀ, ਦੀਦਾਰ ਖਾਲਸੇ ਦਾ, ਪਰਚਾ ਸ਼ਬਦ ਦਾ, ਮਨ ਨੂੰ ਪਰਚਾਈ ਰੱਖਣਾ ਹੈ। ਮਨ ਪਰਚਦਾ ਕਿਵੇਂ ਹੈ? ਕਿਉਂਕਿ ਕਲਯੁਗ ਮੈਂ ਕੀਰਤਨ ਪ੍ਰਧਾਨਾ, ਇਹ ਧੁਨ ਵਿੱਚ ਇਹਨੂੰ, ਕਿਉਂਕਿ ਅੰਦਰ ਤਾਂ ਰਹਿਣਾ ਚਾਹੁੰਦਾ ਨਹੀਂ ਸੀ, ਫਿਰ ਉੱਥੇ ਰੱਖ ਦਿੱਤਾ ਇਹ ਨਾਮ। ਉੱਥੋਂ ਦੀ ਨਿਸ਼ਾਨੀ ਦੱਸ ਦਿੱਤੀ, ਸੁਨ ਸਮਾਦ ਅਨਹਤ ਤਹਿਨਾਤ। ਜਦੋਂ ਅਸੀਂ ਕਰਦੇ ਜਾਵਾਂਗੇ ਧਾਰਨਾ, ਧਿਆਨ, ਸਮਾਧੀ, ਧਾਰਨਾ 12 ਕੁ ਸੈਕਿੰਡ ਹੀ ਚਲੋ ਰੋਕ ਲਓ। ਆ ਜਿਹੜੀ ਜੁਗਤ ਆਪਾਂ ਅਪਣਾਉਂਦੇ ਹਾਂ, ਰਿਪੀਟ ਕਰਦੇ ਹਾਂ, ਅੰਦਰ ਨੂੰ ਜਾਂਦਾ ਵਾਹੇ, ਬਾਹਰ ਨੂੰ ਆਉਂਦਾ ਗੁਰੂ। ਚਲੋ ਅੱਧੇ ਕੁ ਮਿੰਟ ਤੱਕ ਤਾਂ ਇਹਨੂੰ ਲਿਜਾਣਾ ਚਾਹੀਦਾ। ਪਹਿਲਾਂ ਪਹਿਲਾਂ ਨਹੀਂ ਜਾਂਦਾ, ਸਾਹ ਟੁੱਟਦਾ ਹੈ। ਡੂੰਘਾ ਜਿੰਨਾ ਸਾਹ ਉਨੀ ਸ਼ਾਂਤੀ ਹੋਊ, ਕਿਉਂਕਿ ਕਾਮ ਅਤੇ ਕ੍ਰੋਧ ਵਿੱਚ ਇਹਦੀ ਰਫਤਾਰ ਹੀ ਤੇਜ਼ ਹੁੰਦੀ ਹੈ ਤਾਂ ਗਿਣਤੀ ਮਿਣਤੀ ਦੇ ਸਾਂ ਗਣ ਘਾਲੇ ਸਭ ਦੀ ਸਾਸ ਨੇ ਘਟਣ ਵੱਢਣ ਤੇ ਲਸਾਰ। ਪਰ ਇਹ ਜਿਹੜਾ ਹੈ ਚਲਤ 18 ਬੈਸਤ 12 100 ਵਿੱਚ 24 ਜਾ 'ਤੇ ਚੱਲਦੇ ਨੇ। ਇਹਦੀ ਸਪੀਡ ਵੱਧਦੀ ਹੈ, ਕਾਮ 'ਚ ਕਿੱਥੇ ਪਹੁੰਚ ਜਾਂਦੀ ਹੈ, 64 ਸਵਾਸ 1 ਮਿੰਟ 'ਚ ਵੇਸਟੇਜ ਹੋ ਜਾਂਦੇ ਨੇ। ਕ੍ਰੋਧ ਵਿੱਚ 32। ਡੂੰਘਾ ਸਵਾਸ ਲੈ ਲਓ। ਜਿਹੜੀ ਲੋਭ ਲਹਿਰ ਹੈ ਗਾਲ, ਇਹਨੂੰ ਗਾਲਦੀ ਹੈ ਲੋਭ, ਕਿਉਂਕਿ ਲੋਭ ਵਿੱਚ ਕਾਮ ਅਤੇ ਕ੍ਰੋਧ ਦੀ ਜੜ ਹੈ। ਲੋਭ ਆਊਗਾ ਤਾਂ ਸਾਡੀ ਨਿਗਾਹ ਜਾਵੇਗੀ ਪਰਾਏ ਧਨ ਤੇ ਪਰਾਏ ਤਨ ਤੇ। ਜੇ ਇਹਨੂੰ ਪਰਾ ਕਰ ਦੇਵਾਂਗੇ ਤਾਂ ਕਿ ਕਹਿੰਦੇ ਉਹ ਤਾਂ ਆਪੇ ਹੀ ਉਹਦੇ, ਤਾਂ ਕਿ ਨਿਕਟ ਵਸੈ ਨਰ ਹਰੀ, ਆਪੇ ਉਹਦੇ ਨਾਲ ਤਾਂ ਫਿਰ ਉਹਦੇ ਵਿੱਚ ਹੀ ਸਮਾ ਗਿਆ। ਇਸ ਕਰਕੇ ਬੜੀ ਸਖੈਨ ਜੁਗਤ ਦੱਸੀ ਹੈ। ਇਹਦੇ ਵਿੱਚ ਜੁਗਤੀਆਂ ਹਨ।
ਪਰਚਾ ਸ਼ਬਦ ਆ। ਹੁਣ ਮਨ ਨੂੰ ਪਰਚਾਈ ਰੱਖਣਾ ਹੈ, ਸ਼ਬਦ ਹੈ ਧੁਨ, ਧੁਨ ਮੈਂ ਧਿਆਨ। ਹੁਣ ਉੱਥੇ ਤੱਕ ਜਾਣ ਵਾਸਤੇ ਜੁਗਤੀਆਂ ਨੇ ਕਿ ਕਿਵੇਂ ਕਰਨਾ ਹੈ। 12 ਸੈਕਿੰਡ ਸਵਾਸ ਡੂੰਘਾ ਚਲਾ ਗਿਆ, ਉੱਤੇ ਵਾਹੇ ਸਵਾਰ ਹੋ ਗਿਆ, ਛੱਡਣ ਲੱਗੇ ਗੁਰੂ। ਫਿਰ ਇਹ 12 ਧਾਰਨਾ ਦਾ ਇੱਕ ਧਿਆਨ ਬਣ ਜਾਂਦਾ। 144 ਸੈਕਿੰਡ 2.5 ਮਿੰਟ ਸਮਝ ਲਓ, ਇਹ ਇੱਕ ਧਿਆਨ ਬਣ ਗਿਆ। ਇੱਕ ਧਿਆਨ ਲੱਗਣ ਲੱਗ ਗਿਆ, 2.5 ਮਿੰਟ ਰੁਕਣ ਲੱਗ ਗਿਆ। 12 ਧਿਆਨ ਦੇ ਫਿਰ ਇੱਕ ਸਮਾਧੀ ਬਣ ਜਾਂਦੀ ਹੈ, ਉਹਨੂੰ ਅੱਧਾ ਕੁ ਘੰਟਾ ਕਹਿੰਦੇ ਨੇ। ਫਿਰ ਉਹ ਸਮਾਧੀ ਵੀ ਹੈ ਉੱਥੇ ਦਾ। ਫਿਰ ਜਿਹੜਾ ਵਾਰਤਾਲਾਪ ਹੈ ਸੁਨ ਸਮਾਧ, ਇੱਕ ਤਾਂ ਸਮਾਧੀ ਹੈ ਸਾਵਕਲਪ, ਇੱਕ ਨਿਰਵਿਕਲਪ ਹੈ, ਇੱਕ ਐਸੀ ਸਮਾਧੀ ਸੰਪਰਗਿਆਤ ਅਸੰਪਰਗਿਆਤ ਹੈ। ਉਹਦੇ ਵਿੱਚ ਜਿਹੜੀ ਸੁਨ ਸਮਾਧ, ਉਹਦੇ ਵਿੱਚ ਕੀ ਦੱਸੇ? ਸੁਨ ਮੰਡਲ ਇੱਕ ਜੋਗੀ ਵੈਸੇ, ਨਾਰਨਾ ਪੁਰਖ ਕਹੂੰ ਕੋ ਕੈਸੇ। ਸੋ ਇਹ ਅਨੁਭਵ ਦਾ ਵਿਸ਼ਾ ਹੈ। ਆਪ ਜ਼ਰੂਰ ਇਸ ਵਿਸ਼ੇ ਨੂੰ ਛੋਹੋ, ਬਾਕੀ ਤਾਂ ਚਲੋ ਆਪਾਂ ਕਰਦੇ ਹੀ ਰਹਿੰਦੇ ਹਾਂ। ਇਹ ਸਤਸੰਗ ਹੈ, ਸੰਤ ਸੰਗ ਅੰਤਰ ਪ੍ਰਭ ਡਿਠਾ ਕੇ ਅੰਦਰ ਦਾ ਜਾਣ ਦਾ ਰਸਤਾ ਖੁੱਲ੍ਹ ਜਾਵੇ। ਸੋ ਜ਼ਰੂਰ ਇਹ ਮੈਗਜ਼ੀਨ ਲੈ ਕੇ ਜਾਇਓ। ਪੁਸਤਕਾਂ ਹਨ ਇੱਕ ਇੱਕ ਵਿਸ਼ੇ 'ਤੇ ਲਿਖੀਆਂ ਹੋਈਆਂ, ਸਬਜੈਕਟ ਨੂੰ ਲੈ ਕੇ। ਬਹੁਤ ਸੋਹਣਾ ਕਿਵ ਸਚਿਆਰਾ ਹੋਇਆ ਕਿ ਕਿਸ ਤਰ੍ਹਾਂ ਦੇ ਨਾਲ ਹੋਣਾ। ਕਿ ਕੂੜੇ ਟੁੱਟੇ ਪਾਲ ਪੀਰ ਬੁੱਧੂ ਸ਼ਾਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕੋਲ ਆਇਆ, ਸਵਾਲ ਸੀ, ਰਮਜ 'ਚ ਗੱਲ ਹੋਈ। ਉਹਨੇ ਕਿਹਾ ਕਿ ਇਹ ਕਿਵੇਂ ਹੋਵੇ ਜਿਹੜੀ ਆਤਮਾ ਪਰਮਾਤਮਾ ਦਾ ਮੇਲ। ਉਹ ਕਹਿੰਦੇ ਜਿਵੇਂ ਰਾਤ ਅਤੇ ਦਿਨ ਦਾ ਮੇਲ। ਕਹਿੰਦੇ ਮਹਾਰਾਜ ਦਿਨ ਹੁੰਦਾ ਤਾਂ ਰਾਤ ਨਹੀਂ, ਰਾਤ ਹੁੰਦਾ ਤਾਂ ਦਿਨ ਨਹੀਂ। ਫਿਰ ਕਹਿੰਦੇ ਕਿਵੇਂ? ਕਹਿੰਦੇ ਜੈਸੇ ਝੂਠ ਤੇ ਸੱਚ ਦਾ ਸੁਮੇਲ। ਕਹਿੰਦੇ ਇਹ ਤਾਂ ਹੁੰਦਾ ਹੀ ਨਹੀਂ, ਜਿੱਥੇ ਝੂਠ ਹੈ ਉੱਥੇ ਸੱਚ ਨਹੀਂ, ਜਿੱਥੇ ਸੱਚ ਹੈ ਉੱਥੇ ਝੂਠ ਨਹੀਂ। ਕਹਿੰਦੇ ਸਮਝੇ ਨਹੀਂ। ਕਹਿੰਦੇ ਜਿਵੇਂ ਸਮਝੇ ਉਵੇਂ ਹੀ ਸਹੀ, ਕਿਉਂਕਿ ਅਵਸਥਾ ਹੈ। ਉਹਦੇ ਨਾਲ ਪਹਿਲਾਂ ਬਹੁਤ ਸੀ ਸਤ ਸਮਰੀਤ ਤਾਂ ਨਾਲ ਹੀ ਆਏ ਸਨ। ਨਮਸਕਾਰ ਕਰਨ ਦੀ ਜਗ੍ਹਾ ਦਸਤ ਪੰਜਾ ਲਿਆ ਕੇ ਸਮਰਪਿਤ ਨਾ ਕਰ ਸਕਿਆ। ਪਰ ਜਦੋਂ ਇਸ ਗੱਲ ਸਮਝ, ਰਮਜ ਦੀ ਭੇਤ ਦੀ ਸਮਝ ਆ ਗਈ, ਫਿਰ ਤਾਂ ਵਜਤ 'ਚ ਆ ਕੇ ਨੱਚਣਾ ਸ਼ੁਰੂ ਕਰ ਦਿੱਤਾ। ਆਨੰਦ 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 ਹੀ ਵਰਤ ਗਿਆ। ਫਿਰ ਦੇਖ ਲਓ ਕਿੱਡਾ ਉਹਨਾਂ ਨੇ ਸੈਕਰੀਫਾਈਸ ਕੀਤਾ, ਆਪਾ ਸਮਰਪਣ ਕੀਤਾ। ਉਹ ਸਮਰਪਿਤ ਹੋ ਕੇ ਲਾਦ ਖੇਪ ਸੰਤੈ ਸੰਗ ਚਾਲ, ਅਵਰ ਤਿਆਗ ਵਿਖਿਆ ਜੰਜਾਲ। ਹੁਣ ਉਹ ਵਿਖਿਆ ਜਿਹੜੇ ਜੰਜਾਲ ਹਨ ਪਏ ਹੋਏ ਗਲ, ਉਹਨਾਂ ਦਾ ਤਾਂ ਤਿਆਗ ਕਰੋ, ਕਿਉਂਕਿ ਜਿਹੜੇ ਵਿਸ਼ੇ ਵਕਾਰ ਹਨ ਇਹਨਾਂ ਨੇ ਅਸੀਂ ਫਿਰ ਜਨਮ ਮਰਨ ਦੇ ਚੱਕਰ 'ਚ ਪਾ ਦੇਣੇ ਨੇ। ਸੋ ਫਾਸਨ ਕੀ ਵਿਧ ਸਭ ਕੋ ਜਾਣ, ਇਹ ਤਾਂ ਸਾਰੇ ਹੀ ਜਾਣਦੇ ਨੇ, ਦੱਸਣ ਦੀ ਵੀ ਲੋੜ ਨਹੀਂ। ਅਤੇ ਜਿਹੜੀ ਛੁੱਟਣ ਦੀ ਹੈ ਉਹ ਆਪਾਂ ਗੱਲ ਕਰਨੀ ਹੈ। ਸੋ ਇਹ ਪਰਚਾ ਸ਼ਬਦ ਆ, ਮਨ ਨੂੰ ਪਰਚਾਈ ਰੱਖੋ। ਧੁਨ ਬਣਾ ਕੇ ਵੀ ਮਹਾਂਪੁਰਸ਼ਾਂ ਨੇ ਦਿਖਾਈ, ਪ੍ਰਤੀਕ ਹੁੰਦਾ ਹੈ। ਜੇ ਉਹਨਾਂ ਨੇ ਧੁਨ ਬਣਾਈ, ਅੰਦਰ ਨੂੰ ਜਾਂਦੇ ਵਾਹੇ, ਬਾਹਰ ਨੂੰ ਆਉਂਦੇ ਗੁਰੂ। ਇਹੀ ਕਰੋ ਸਾਥ ਸਾਥ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ। ਸੋ ਇੰਨੀ ਬੇਨਤੀ ਨੂੰ ਪ੍ਰਵਾਨ ਕਰਿਓ। ਗੱਲ ਪੂਰੀ ਨਹੀਂ ਕੀਤੀ ਜਾ ਸਕਦੀ, ਸਮਾਂ ਸਮਾਪਤ ਹੋ ਜਾਂਦਾ ਹੈ। ਮੌਖਿਕ ਬਚਨ ਭੁੱਲ ਜਾਂਦੇ ਹਨ, ਲਿਖਤ 'ਚ ਆ ਗਏ ਇਹ ਸਦਾ ਯਾਦ ਰਹਿੰਦੇ ਨੇ। ਸੋ ਜ਼ਰੂਰ ਲੈ ਕੇ ਜਾਓ। ਜਾਂਦੇ ਜਾਂਦੇ ਜੇ ਹੋਰ ਨਹੀਂ ਕੋਈ ਪੁਸਤਕ ਲੈ ਜਾਓ, ਜ਼ਰੂਰ ਇਕੱਲੇ ਬੈਠ ਕੇ ਵਿਚਾਰਿਓ, ਪੜ੍ਹਿਓ। ਪੜ੍ਹ ਕੇ ਜਿਹੜਾ ਹੁੰਦਾ ਹੈ ਜਿਸ ਤਰ੍ਹਾਂ ਦੇ ਨਾਲ ਕੜ ਕੇ ਫਿਰ ਪਤਾ ਲੱਗਦਾ ਹੈ, ਫਿਰ ਆਪਾਂ ਨੂੰ ਸਾਰੀ ਗੱਲ ਸਮਝ ਆ ਜਾਵੇਗੀ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨਾ। ਬੜੇ ਅਨੁਭਵੀ ਪੁਰਸ਼ ਹਨ ਭਾਈ ਗੁਰਿੰਦਰ ਸਿੰਘ ਜੀ ਰਾੜਾ ਸਾਹਿਬ, ਫਿਰ ਇੱਥੇ ਦਵਲਾਨ ਤੋਂ ਬਾਬਾ ਹਰਜਿੰਦਰ ਸਿੰਘ ਜੀ ਦੇ ਘਰ ਇਹਨਾਂ ਦੇ ਚਰਨ ਪੈਂਦੇ ਰਹੇ, ਸੰਗਤ ਕੀਤੀ। ਆਤਮ ਮਾਰਗ ਆਪ ਪੜ੍ਹਦੇ, ਹੋਰਾਂ ਨੂੰ ਪੜ੍ਹਾਉਂਦੇ ਨੇ। ਅਤੇ ਅੱਜ ਦਾ ਸਮਾਗਮ ਵੀ ਇਹਨਾਂ ਨੇ ਇਹੀ ਰੱਖਿਆ ਕਿ ਰਾੜਾ ਸਾਹਿਬ ਦੇ ਪੂਰਵਜ ਮਹਾਂਪੁਰਸ਼ ਧੰਨ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਆਗਮਨ ਪੁਰਬ ਜੋ ਕੱਲ੍ਹ ਨੂੰ ਆ ਰਹੇ ਨੇ। ਸੋ ਐਡਵਾਂਸ ਵਿੱਚ ਹੀ ਸਾਨੂੰ ਸਾਰਿਆਂ ਨੂੰ ਵਧਾਈਆਂ। ਅਗਾਹਾਂ ਕੁਤਰਾਂ ਕਿਰਪਾ ਹੋਵੇ ਪਾਤਸ਼ਾਹ ਜੀ, ਕਿਰਪਾ ਕਰਨ ਪਿੱਛਾ ਫੇਰ ਨਾ ਮੋਢੜਾ। ਨਾਨਕ ਸਿੱਝ ਅਵੇਹਾ ਵਾਰ ਬਹੁਰ ਵੀ ਜਨਮੜਾ, ਫਿਰ ਬਹੁਰ ਹਮ ਕਾਹੇ ਆਵੇਂਗੇ। ਆਖਰੀ ਸਵਾਸ 'ਤੇ ਆ ਗਿਆ, ਆਪੇ ਗੁਰੂ ਲੋਕ ਨੂੰ ਲੈ ਜਾਓ। ਸੋ ਜਾਂਦੇ ਜਾਂਦੇ ਜ਼ਰੂਰ ਇਹ ਵੀ ਕਰਕੇ ਜਾਇਓ, ਆਤਮ ਮਾਰਗ ਦੇ ਮੈਂਬਰ ਬਣਿਓ। ਬਾਹਰ ਬਾਬਾ ਰਾਮ ਸਿੰਘ ਜੀ ਬਹੁਤ ਪਿਆਰੇ ਨੇ। ਉੱਧਰ ਜਿਹੜਾ ਆਨੰਦਪੁਰ ਸਾਹਿਬ ਦਾ ਇਲਾਕਾ 1000 ਮੈਂਬਰ ਸੰਭਾਲੀ ਬੈਠੇ ਨੇ। ਪਹਿਲਾਂ ਹਰ ਮਹੀਨੇ ਫਿਰ ਵੰਡਣਾ, ਮੈਂਬਰ ਬਣਾਉਣਾ। ਅੱਜ ਇੱਥੇ ਵੀ ਆਏ।
ਸੋ ਜ਼ਰੂਰ ਜਾਂਦੇ ਜਾਂਦੇ ਉਹਨਾਂ ਨੂੰ ਮਿਲਿਓ ਡਿਊਟੀ 'ਚ। ਦਰਬਾਰ ਸਾਹਿਬ ਦੇ ਬਾਹਰ ਉਹ ਬੈਠੇ ਹਨ, ਸਟਾਲ ਲੱਗੀ ਹੈ, ਜ਼ਰੂਰ ਕੁਝ ਨਾ ਕੁਝ ਲੈ ਕੇ ਜਾਇਓ। ਮੰਗ ਕੋਈ ਨਹੀਂ, ਕਿਉਂਕਿ ਸੰਪਰਦਾਇ ਐਸੀ ਹੈ, ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾਂ ਕੀ ਸੇਵਾ ਲਾਗੇ। ਇਹਦੇ ਵਿੱਚ ਕੋਈ ਅਪੀਲ ਦਲੀਲ ਨਹੀਂ, ਕੋਈ ਅਗਰਾਹੀ ਨਹੀਂ। ਸੋ ਪਤਾ ਹੀ ਦੇ ਜੋ ਤਾਂ ਵੀ ਹੋ ਜੂ, ਨਹੀਂ ਤਾਂ 100 ਰੁਪਇਆ ਪ੍ਰੇਮ ਭੇਟਾ ਹੈ, ਮੈਂਬਰ ਜ਼ਰੂਰ ਬਣਿਓ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰੋ। ਬੇਨਤੀਆਂ ਕਰਦਿਆਂ ਨੇਕਾਂ ਹੀ ਭੁੱਲਾਂ ਹੋ ਜਾਂਦੀਆਂ ਨੇ, ਮਾफ़ ਕਰੋ। ਆਓ ਸਾਰੇ ਹੁਣ ਜਿਹੜੇ ਨਹੀਂ ਵੀ ਬੋਲੇ ਆਨੰਦ ਸਾਹਿਬ 'ਚ ਬੋਲ ਕੇ ਆਪਣੀ ਰਸਨਾ ਜ਼ਰੂਰ ਪਵਿੱਤਰ ਕਰੋ ਜੀ। ਰਾਮ ਕਲੀ ਮਹਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਹਉ ਦੋਤਾ ਗਵ ਹਰੀ ਕੇਰਾ ਹਲਚਨੀ ਬਸਾਇਆ। ਹਰ ਨਾਲ ਰਤਨ ਮੇਰੇ ਦੁੱਖ ਸਭੇ ਸਾਰਨਾ। ਹੋ ਕਹਿ ਨਾਨਕ ਮਨ ਮੇਰੇ ਹਰ ਨਾਲੇ। ਨਾਹੀ ਕਰ ਜਿਸ ਦੇਹ ਸਦਾ ਸਿਫਤ ਸਲਾਹ ਤੇਰੇ ਨਾਮ ਮਨ ਬਸਾਵੇ। ਆਮ ਜਾ ਨਾਮ ਮੇਰਾ ਯਾਦਾਰ ਸਾਥ ਨਾਮੇ ਹਰ ਮੇਰਾ ਦਿਨ ਭੁੱਖਾਂ ਸਭ ਗਵਾਈਆਂ। ਕਹਿ ਨਾਨਕ ਸੁਣੋ ਸੰਤੋ ਕਰੋ ਪਿਆਰੋ ਸਾਚਾ। ਨਾਮ ਮੇਰਾ ਆਧਾਰ ਆਜੇ। ਤੋਰੇ ਕਰਮ ਪਾਇਆ ਤੂ ਜਿਨ ਕੋ ਥੇ ਨਾਮ ਹਰ ਕੇ ਲਾਗੇ। पार ब्रह्म प्रभ पाया रे सुलभ सूरे। हुण ते पनित कहते पवित्र हपर पूरे। देश सात दुईता गुल हो जिनी नाम ते आया जे कतकाल। ਧਨ ਹੈ ਧਨ ਹੈ ਧਨ ਹੈ ਗੁਰੂ ਨਾਨਕ ਸਾਹਿਬ ਜੀ ਧਨ। ਉਹ ਧਨ
ਅੰਗਦ ਸਾਹਿਬ ਜੀ ਧੰਨ। ਧੰਨ ਹੈ ਗੁਰੂ ਅਮਰਦਾਸ ਜੀ ਧੰਨ। ਹੇ ਧੰਨ ਰਾਮਦਾਸ ਜੀ ਧੰਨ। ਧੰਨ ਹੈ ਗੁਰੂ ਨੰਦੇਵ ਜੀ ਧੰਨ। ਓ ਧੰਨ ਧੰਨ ਹੈ ਹਰ ਰਾਏ ਦੀ ਧੰਨ। ਹੋ ਧੰਨ ਗੁਰੂ ਹਰਿ ਕ੍ਰਿਸ਼ਨ ਜੀ ਧੰਨ। ਧੰਨ ਹੈ ਗੁਰੂ ਤੇਗ ਬਹਾਦਰ ਧੰਨ ਹੈ। ਓ ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ। ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ ਧੰਨ। ਓ ਧੰਨ ਪੰਥ ਖਾਲਸਾ ਧੰਨ ਹੈ। ਧੰਨ ਹੈ ਤੇਰੀ ਖਾਸ ਸੰਗਤ ਜੀ ਧੰਨ। ਸਤਿਨਾਮ ਸ੍ਰੀ ਗੁਰੂ ਬੋਲ ਵਾਹਿਗੁਰੂ ਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਪਿਆਰਿਆ ਤੇਰਾ ਪਿਆਰਾ ਲੱਗੇਗਾ ਬੋਲ ਪਿਆ। ਵਾਹਿਗੁਰੂ ਵਾਹਿਗੁਰੂ ਤੇਰਾ ਮਿੱਠੜਾ ਲੱਗੇਗਾ ਪਿਆਰਿਆ। ਵਾਹਿਗੁਰੂ ਵਾਹਿਗੁਰੂ ਤੇਰਾ ਕ੍ਰਿਸ਼ਨਾ ਲੱਗੇਗਾ ਮੂਲ ਪਿਆਰਿਆ। ਸਤਿਨਾਮ ਸ੍ਰੀ ਗੁਰੂ ਗੁਰੂ ਵਾਹਿਗੁਰੂ ਵਾਹਿਗੁਰੂ। ਤੂੰ ਠਾਕੁਰ ਤੁਮ ਪੈ ਅਰਦਾਸ ਜਿਉ ਪਿੰਡ ਸਭ ਤੁਮ
धर्म मात पिता हम ਅਰਦਾਸ ਏਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਈ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਈ। ਅਰਜਨ ਹਰਿ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਤਿਸ ਡਿਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨੌ ਨਿਤ ਆਵੈ ਧਾਈ ਸਭ ਥਾਈ ਹੋਏ ਸਾਈ ਦਸਵਾਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹੀਆਂ ਦੀ ਜੋਤ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਿਦਾਰ ਜੀ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੋਆਂ ਸਾਹਿਬਜ਼ਾਦਿਆਂ 40 ਮੁਕਤੀਆਂ ਆਖੀਆਂ ਜਪੀਆਂ ਤਪੀਆਂ ਜਿਨ੍ਹਾਂ ਗੁਰਮੁਖਾਂ ਨੇ ਆਪ ਜੀ ਦਾ ਨਾਮ ਜਪਿਆ ਵੰਡ ਛਕਿਆ ਦੀਪ ਜਲਾਈ ਤੇਗ ਬਹਾਈ ਦੇ ਕੇ ਅੰਡਿਤ ਕੀਤਾ। ਤਿੰਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਪਰਮੇ ਤਸੀਸ ਦਿੱਤੇ ਬੰਦ ਕਟਾਏ ਖੋਪੜੀਆਂ ਲਵਾਈਆਂ ਚੱਕੜੀਆਂ ਤੇ ਚੜੇ ਤਨ ਹਾਰੇ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਸਿੱਖੀ ਸਿੱਧਤ ਨਿਹਾਰਿਆ। ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬਤ ਗੁਰਦੁਆਰਿਆਂ ਜੀ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤ ਆਵੈ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਾਂ ਗੁਰੂ ਖਾਲਸਾ ਜੀ ਸਾਹਿਬ ਤਾਂ ਚਿਹਰਿਆ ਦੇਗ ਤੇਗ ਫਤਿਹ ਬਿਰਦ ਕੀ ਪੈਤ ਪੰਥ ਕੀ ਜੀਤ ਸ੍ਰੀ ਸਾਹਿਬ ਦੀ ਸਹਾਈ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ दाना सिर दान नाम दान श्री अमृतसर साहिब जी के दर्शन इशनान चौकियां झंडे बूंगे जुगो जुग अटल धर्म का जयकार खालसा जी बोलो जी सिखा का मन नीवा मत उच्ची मत पद दे रखे आप अकाल पुरख वाहिगुरू जीओ। श्री ननकाना साहिब ते होर गुरद्वारियां गुरधामां जिन्हां तो खालसा पंथ नूं विछोड़िया गया है तिन्हां दे खुले दर्शन दीदार अते सेवा संभाल दा दान खालसा जी नूं बख्शो जी। ये निमाणियां दे मान निताणियां दे ताण निउटियां दी ऊट निआसरियां दी आसरे सच्चे पिता वाहिगुरू जीओ राजा नराज भाना न भान देवान दे उपमा महान। धन धन साहिब श्री गुरु ग्रंथ साहिब जी महाराज आप जी के पावन हजूरी अंदर अरदास बेनती जो गुरी सच्चे पातशाह जियो तही प्रकाश हमारा भयो पटना शहर विखे भव लियो सा धरती पई हरियावली जिसे मेरा सतगुर बैठा आए से जंत भय हरियावले जिने मेरा सतगुर देखिया जाए। तन तन पिता तन तन कुल तन तन सो जननी जिन गुरु जनिया माए। धन धन साहिब श्री गुरु
ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਗੁਰਪੁਰਬ ਦੇ ਸੰਬੰਧ ਵਿੱਚ ਇੱਥੋਂ ਦੀਆਂ ਸਰਬਤ ਸੰਗਤਾਂ ਨੇ ਇਕੱਤਰ ਹੋ ਕਰਕੇ ਆਪ ਜੀ ਦੇ ਦਰੋਂ ਪੁਰਬ ਵਰਸਾਏ। ਸੰਤ ਬਾਬਾ ਹਰਪਾਲ ਸਿੰਘ ਜੀ ਰਤਵਾਣਾ ਸਾਹਿਬ ਵਾਲੇ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਹਾਜ਼ਰੀ ਭਰ ਰਹੇ ਹਨ। ਸੱਚੇ ਪਾਤਸ਼ਾਹ ਜੀ ਕਿਰਪਾ ਕਰਨੀ, ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਸ਼ਬਦ ਕੀਰਤਨ ਗਾਇਨ ਹੋਏ, ਕਥਾ ਵਿਚਾਰਾਂ ਹੋਈਆਂ, ਆਨੰਦ ਸਾਹਿਬ 6 ਪੌੜੀਆਂ ਜੀ ਦੇ ਜਾਪ ਹੋਏ। ਇਤਨੇ ਸਮੇਂ ਅੰਦਰ ਬਾਣੀ ਪੜ੍ਹਦਿਆਂ ਸੁਣਦਿਆਂ ਸਮੁੱਚੀ ਸੇਵਾ ਨਿਭਾਉਂਦਿਆਂ ਕਈ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋਈਆਂ ਹੋਣਗੀਆਂ, ਆਪ ਜੀ ਖਿਮਾ ਕਰ ਦੇਣੀ। ਅਗਾਂਹ ਤੋਂ ਬਾਣੀ ਸ਼ੁੱਧ ਪੜ੍ਹਨ ਦੇ ਸਮਰੱਥਾ ਬਖਸ਼ਿਸ਼ ਕਰਨੀ। ਪੜ੍ਹੀ ਸੁਣੀ ਬਾਣੀ ਦਾ ਭਾਵ ਆਈ ਸਾਧ ਸੰਗਤ ਦੇ ਹਿਰਦੇ ਵਿੱਚ ਵਸਾਉਣਾ। ਸਭਨਾਂ ਦੀਆਂ ਹਾਜ਼ਰੀਆਂ ਤੇ ਫੁੱਲ ਭੇਟਾਵਾਂ ਦਰ ਪ੍ਰਵਾਨ ਕਰ ਲੈਣੀਆਂ। ਆਏ ਕਦਮ ਲੇਖੇ ਲਾਣੇ ਵਿਦਿਆ ਹਰਿਆ ਕਰਨਾ। ਸਭਨਾਂ ਪਰਿਵਾਰਾਂ ਦੇ ਘਰਾਂ ਅੰਦਰ ਸੁਖ ਸ਼ਾਂਤੀ ਆਪਸੀ ਪਿਆਰ ਇਤਫਾਕ ਬਖਸ਼ਿਸ਼ ਕਰਨੇ। ਸਭਨਾਂ ਨੂੰ ਸਰੀਰਕ ਰੋਗਤਾ ਦੇ ਦਾਨ ਬਖਸ਼ਿਸ਼ ਕਰਕੇ ਅੰਮ੍ਰਿਤ ਵੇਲੇ ਜਾਗਨੇ ਨਿਤਨੇਮ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ। ਸਭਨਾਂ ਪਰਿਵਾਰਾਂ ਦੇ ਬੱਚਿਆਂ ਦੇ ਸੀਸ ਤੇ ਮਿਹਰ ਭਰਿਆ ਰੱਖਣਾ। ਗੁਰੂ ਘਰ ਨਾਲ ਜੋੜ ਕੇ ਰੱਖਣ ਦੀ ਕਿਰਪਾਲਤਾ ਕਰਨੀ। ਮਾਤਾ ਪਿਤਾ ਦੀ ਆਗਿਆਕਾਰੀ ਬਣਾਉਣਾ। ਦੇਸ਼ ਕੌਮ ਦੇ ਸੇਵਾਦਾਰ ਬਣਾਉਣ ਦੀ ਕਿਰਪਾਲਤਾ ਕਰਨੀ। ਵਿਦਿਆ ਦੇ ਖੇਤਰੀ ਕਾਮਯਾਬੀਆਂ ਬਖਸ਼ਿਸ਼ ਕਰਨੀਆਂ। ਦਿਨ ਦੁਗਣੀ ਰਾਤ ਚੌਗਣੀ ਮਿਹਨਤ ਤੇ ਤਰੱਕੀਆਂ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਵਾਜਣਾ। ਸਭਨਾਂ ਦੀਆਂ ਅਰਦਾਸਾਂ ਬੇਨਤੀਆਂ ਜੋਗਣੀਆਂ ਦਰ ਪ੍ਰਵਾਨ ਕਰ ਲੈਣੀਆਂ। ਆਪ ਜੀ ਦੀਆਂ ਦਿੱਤੀਆਂ ਹੋਈਆਂ ਦਾਤਾਂ ਵਿੱਚੋਂ ਸਰਦਾਰ ਹਾਕਮ ਸਿੰਘ ਜੀ ਦੇ ਪਰਿਵਾਰ ਵੱਲੋਂ ਸੱਚੇ ਪਾਤਸ਼ਾਹ ਆਪ ਜੀ ਨੂੰ ਸੁੰਦਰ ਵਸਤਰ ਹਾਜ਼ਰ ਕੀਤੇ ਹਨ। ਆਪ ਜੀ ਨੂੰ ਸੱਚੇ ਪਾਤਸ਼ਾਹ ਜੀਓ ਜਿਨ੍ਹਾਂ ਭੰਡਾਰਿਆਂ ਵਿੱਚੋਂ ਆਪ ਜੀ ਦੇ ਪਾਵਨ ਦਰਬਾਰ ਲਈ ਸੱਚੇ ਪਾਤਸ਼ਾਹ ਵਸਤਰ ਹਾਜ਼ਰ ਹੋਏ ਸੋ ਭੰਡਾਰੇ ਭਰਪੂਰ ਕਰਨੇ। ਨਾਮ ਦੀਆਂ ਦਾਤਾਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ। ਦਰੋਂ ਘਰੋਂ ਸਿੱਖੀ ਸਿੱਧਕ ਭਰੋਸਾ ਨਾਮਦਾਨ ਬਖਸ਼ਣਾ ਸ਼ੁਭ ਭਾਵਨਾਵਾਂ ਪੂਰਨ ਕਰਨੀਆਂ। ਆਪ ਜੀ ਦੀਆਂ ਦਿੱਤੀਆਂ ਹੋਈਆਂ ਦਾਤਾਂ ਵਿੱਚੋਂ ਪੰਚਮ ਕੜਾ ਪ੍ਰਸ਼ਾਦੀ ਦੇ ਅਤੇ ਗੁਰੂ ਕੇ ਲੰਗਰ ਸੱਜ ਕੇ ਹਾਜ਼ਰ ਹੋਏ। ਆਪ ਜੀ ਦੇ ਦਰ ਤੇ ਪ੍ਰਵਾਨ ਹੋਇਆ ਪ੍ਰਸ਼ਾਦ ਅਤੇ ਗੁਰੂ ਕਾ ਲੰਗਰ ਜੋ ਦੀ ਛਕੇ ਸੋ ਆਪ ਜੀ ਦਾ ਨਾਮ ਸਤਨਾਮ ਸ਼੍ਰੀ ਵਾਹਿਗੁਰੂ। ਚੱਲ ਰਹੇ ਪ੍ਰਵਾਦ ਜੋ ਹੁਕਮਨਾਮੇ ਬਖਸ਼ ਕਰਕੇ ਨਿਹਾਲ ਕਰੋ। ਹੁਕਮਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ਿਸ਼ ਕਰਨੀ। ਸਹੀ ਗੁਰੂ ਪਿਆਰੇ ਮੇਲੇ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤ ਆਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਪਈ ਅਕਾਲ ਜੀ ਸਭ ਸ੍ਰੀ ਧਨ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਪਹੁੰਚੈ। ਰਾਜ ਕਰੇਗਾ ਖਾਲਸਾ ਵਾਰ ਹੋਏ ਸਭ ਮਿਲਣਗੇ। ਜਹਾਦ ਜੋ ਸਦਾ ਕਰ ਸੇਵਦੇ ਜੋ ਸਦਾ ਕਰ ਸੇਵਦੇ ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮਰਥ ਨਿਮਾਣਿਆ ਕੋ ਮਾਨ ਪਰਮਾ ਪੈ ਜਸ ਗਏ ਜਿਨ ਭੀਤਰ ਅੰਧਕਾਰੀ ਪ੍ਰਗਟੇ ਜਾਣ। ਸਾਸ ਸਾਸ ਰਾਧਾ ਨਾਨਕ ਸਦਾ ਸਦਾ ਜయ ਕੁਰਬਾਨ। ਬਿਲਾਵਲ ਮਰਲਾ ਪੰਜਵਾ ਦੋਤਾਵ ਰਖੇ ਗੁਰ ਸੂਰੇ ਹਲਤ ਪਲਤ ਪਾਰ ਬ੍ਰਹਮ ਸਵਾਰੀ ਕਾਜ ਹੋਏ ਸਗਲੇ ਪੂਰੇ।
ਪਾਵਨ ਜਾਣਾ ਰਹੇ ਤਿਲ ਪਾਈ ਜਾਮਾ ਮਨ ਕੇ ਮਿਟੇ ਕਸੂਰੇ ਪਰਮਾ ਪੈਤਰੇ ਝੂਠੇ ਪੈ ਜੰਕੇ ਘਟ ਘਟ ਏਕ ਰਿਆ ਪਰ ਧੂੜੇ ਨਾਮ ਸਰਨਾ ਪਰਿਉ ਭੰਜਨ ਅੰਤਰਿ